ਆਖਿਆ ਸਰਦਾਰਾਂ ਨੇ, ਜਿੰਨਾ ਗਰੂਰ ਕੀਤਾ ਉਹਦੀ ਕੌਮ ਵਿੱਚੋਂ, ਅਸੀਂ ਜ਼ਰੂਰ ਕੱਢ ਦਿਆਂਗੇ ਤੈਨੂੰ ਐ ਸ਼ੁਐਬ ਆਪਣੇ ਪਿੰਡੋਂ, ਤੇ ਜਿਹੜੇ ਇਮਾਨਦਾਰ ਬਣੇ ਨੇ ਤੇਰੇ ਨਾਲ, ਜਾਂ ਪਰਤਾਓ ਸਾਡੇ ਦੀਨ ਵਿੱਚ। ਆਖਿਓ ਸੂ, ਭਲਾ ਸਾਨੂੰ ਜ਼ਬਰਦਸਤੀ ਫੇਰਿਆ ਜਾਏਗਾ ਤੇ ਭਾਵੇਂ ਅਸੀਂ ਹੋਵੀਏ ਬੁਰਾ ਜਾਣਦੇ। ਜ਼ਰੂਰ ਜੋੜਿਆ ਅਸਾਂ ਅੱਲਾ ਉੱਤੇ ਝੂਠ ਜੇ ਪਰਤਾ ਵੀ ਹੈ ਤੁਹਾਡੇ ਦੀਨ ਵਿੱਚ, ਪਿੱਛੇ ਇਸ ਦੇ ਜੋ ਬਚਾਇਆ ਸਾਨੂੰ ਅੱਲਾ ਨੇ ਉਸ ਤੋਂ। ਤੇ ਸਾਡਾ ਕੰਮ ਨਹੀਂ ਜੋ ਪਰਤਾ ਵੀ ਹੈ ਉਸ ਵਿੱਚ, ਪਰ ਜੋ ਚਾਹੇ ਅੱਲਾ ਪਾਲਨਹਾਰ ਸਾਡਾ, ਸਾਡੇ ਰੱਬ ਦੇ ਜਾਣਨੇ ਵਿੱਚ ਸਮਾਈਏ ਹਰ ਚੀਜ਼ ਦੀ। ਅੱਲਾ ਹੀ ਉੱਤੇ ਭਰੋਸਾ ਕੀਤਾ ਹੈ। ਸਾਡੇ ਰੱਬਾ ਫੈਸਲਾ ਕਰ ਸਾਡੇ ਵਿੱਚ ਤੇ ਸਾਡੀ ਕੌਮ ਵਿੱਚ ਇਨਸਾਫ ਨਾਲ, ਤੇ ਤੂੰ ਇਹ ਚੰਗਾ ਸਭ ਫੈਸਲਾ ਕਰਨ ਵਾਲਿਆਂ ਥੀ। ਤੇ ਆਖਿਆ ਆਪਸ ਵਿੱਚ ਸਰਦਾਰਾਂ ਨੇ ਜਿਹੜੇ ਬੇਈਮਾਨ ਹੋਏ ਉਹਦੀ ਕੌਮ ਵਿੱਚੋਂ, ਜੇ ਤੁਸੀਂ ਮਗਰ ਲੱਗੋਗੇ ਸ਼ੁਐਬ ਦੇ ਤਾਂ ਜ਼ਰੂਰ ਤੁਸੀਂ ਘਾਟਾ ਪਾਉਣ ਵਾਲੇ ਹੋ। ਜਿਨ੍ਹਾਂ ਝੁਠਲਾਇਆ ਸ਼ੁਐਬ ਨੂੰ, ਫਿਰ ਪਕੜਿਆ ਉਹਨਾਂ ਨੂੰ ਭੁਚਾਲ ਨੇ, ਤਾਂ ਸਵੇਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੂੰਹ 'ਤੇ ਡਿੱਗੇ ਹੋਏ, ਜਿਵੇਂ ਬਸਦੇ ਨਹੀਂ ਰਹੇ ਸਨ ਕਦੇ ਉੱਥੇ। ਜਿਨ੍ਹਾਂ ਸ਼ੁਐਬ ਨੂੰ ਝੁਠਲਾਇਆ ਉਹੋ ਹੀ ਹੋਏ ਘਾਟੇ ਵਾਲੇ। ਸ਼ੁਐਬ ਫਿਰ ਨਿਕਲ ਗਿਆ ਉੱਥੋਂ ਤੇ ਆਖਿਓ ਸੂ, ਐ ਮੇਰੀ ਕੌਮ, ਮੈਂ ਜ਼ਰੂਰ ਪਹੁੰਚਾ ਚੁੱਕਾਂ ਤੁਹਾਨੂੰ ਪੈਗਾਮ ਆਪਣੇ ਰੱਬ ਦੇ, ਤੇ ਭਲਾ ਚਾਹ ਚੁੱਕਾਂ ਤੁਹਾਡਾ। ਹੁਣ ਕੀ ਕਰ ਮੈਂ ਗਮ ਖਾਵਾਂ ਬੇਈਮਾਨਾਂ ਲੋਕਾਂ ਉੱਤੇ। ਤੇ ਨਹੀਂ ਭੇਜਿਆ ਅਸਾਂ ਕਿਸੇ ਬਸਤੀ ਵਿੱਚ ਕੋਈ ਪੈਗੰਬਰ, ਪਰ ਪਕੜਿਆ ਅਸਾਂ ਉਹਦੇ ਰਹਿਣ ਵਾਲਿਆਂ ਨੂੰ ਤੰਗਦਸਤੀ ਤੇ ਬਿਮਾਰੀ ਵਿੱਚ, ਸ਼ਾਇਦ ਉਹ ਜ਼ਾਰੀ ਕਰਨ। ਫਿਰ ਵਟਾ ਦਿੱਤਾ ਅਸਾਂ ਜਗ੍ਹਾ ਦੁੱਖ ਦੀ ਸੁੱਖ, ਇੱਥੋਂ ਤੀਕ ਜੇ ਬਹੁਤ ਫਲੇ ਫੁੱਲੇ। ਤੇ ਆਖਿਓ ਨੇ, ਲੱਗਾ ਸੀ ਪਿਓ ਦਾਦਿਆਂ ਸਾਡਿਆਂ ਨੂੰ ਵੀ ਦੁੱਖ ਤੇ ਸੁੱਖ। ਫਿਰ ਪਕੜਿਆ ਅਸਾਂ ਉਹਨਾਂ ਨੂੰ ਅਚਾਨਕ, ਤੇ ਉਹ ਖਬਰ ਨਹੀਂ ਸਨ ਰੱਖਦੇ। ਤੇ ਜੇ ਕਦੇ ਬਸਤੀਆਂ ਵਾਲੇ ਮੰਨਦੇ ਤੇ ਬਚਦੇ ਤਾਂ ਅਸੀਂ ਖੋਲ੍ਹ ਦਿੰਦੇ ਉਹਨਾਂ ਉੱਤੇ ਬਰਕਤਾਂ ਆਸਮਾਨ ਤੇ ਜ਼ਮੀਨ ਦੀਆਂ, ਪਰ ਝੁਠਲਾਇਓ ਨੇ। ਫਿਰ ਪਕੜਿਆ ਅਸਾਂ ਉਹਨਾਂ ਨੂੰ ਬਦਲੇ ਉਸ ਦੇ ਜੋ ਕਮਾਉਂਦੇ ਸਨ। ਭਲਾ ਫਿਰ ਡਰ ਲਾ ਛੱਡਿਆ ਹੈ ਬਸਤੀਆਂ ਵਾਲਿਆਂ ਨੇ, ਜੋ ਆਵੇ ਉਹਨਾਂ ਉੱਤੇ ਅਜ਼ਾਬ ਸਾਡਾ ਰਾਤੋਂ ਰਾਤ ਤੇ ਉਹ ਸੁੱਤੇ ਹੋਣ। ਭਲਾ ਤੇ ਡਰ ਲਾ ਛੱਡਿਆ ਬਸਤੀ ਵਾਲਿਆਂ ਨੇ, ਜੋ ਆਵੇ ਉਹਨਾਂ ਉੱਤੇ ਅਜ਼ਾਬ ਸਾਡਾ ਛਾਹ ਵੇਲੇ ਤੇ ਉਹ ਖੇਡ ਰਹੇ ਹੋਣ। ਭਲਾ ਫਿਰ ਡਰ ਲਾ ਛੱਡਿਆ ਨੇ ਅੱਲਾ ਦਾ, ਸੋ ਡਰ ਨਹੀਂ ਲਾਂਦੇ ਅੱਲਾ ਦੇ ਦਾ, ਪਰ ਲੋਕ ਘਾਟੇ ਵਾਲੇ। ਭਲਾ ਤੇ ਰਾਹ ਨਹੀਂ ਪਾਇਆ ਉਹਨਾਂ ਨੂੰ ਜਿਹੜੇ ਵਾਰਿਸ ਹੁੰਦੇ ਨੇ ਜ਼ਮੀਨ ਦੇ, ਪਿੱਛੇ ਉਸ ਦੇ ਰਹਿਣ ਵਾਲਿਆਂ ਦੇ। ਇਸ ਗੱਲ ਨੇ ਜੋ ਕਦੇ ਅਸੀਂ ਚਾਹੁੰਦੇ ਮੁਸੀਬਤ ਪਹੁੰਚਾਉਂਦੇ ਉਹਨਾਂ ਨੂੰ, ਬਦਲੇ ਉਹਨਾਂ ਦੇ ਗੁਨਾਹ ਦੇ, ਤੇ ਮੋਹਰ ਲਾਣੇ ਆ ਉਹਨਾਂ ਦੇ ਦਿਲਾਂ ਉੱਤੇ, ਫਿਰ ਉਹ ਨਹੀਂ ਸੁਣਦੇ। ਇਹ ਨੇ ਬਸਤੀਆਂ, ਬਿਆਨ ਕਰਨੇ ਅਸੀਂ ਤੇਰੇ ਅੱਗੇ ਕੁਝ ਹਾਲ ਉਹਨਾਂ ਦਾ, ਤੇ ਜ਼ਰੂਰ ਲਿਆਏ ਉਹਨਾਂ ਕੋਲ ਪੈਗੰਬਰ ਉਹਨਾਂ ਦੇ ਸਾਫ਼ ਪਤੇ। ਫਿਰ ਨਾ ਹੋਏ ਜੋ ਮੰਨ ਜਾਂਦੇ, ਜੋ ਗੱਲ ਝੁਠਿਆ ਚੁੱਕੇ ਸਨ ਇੱਕ ਵਾਰੀ ਪਹਿਲੇ ਹੀ। ਇਸੇ ਤਰ੍ਹਾਂ ਮੋਹਰ ਲਾਂਦਾ ਹੈ ਅੱਲਾ ਬੇਈਮਾਨਾਂ ਦੇ ਦਿਲਾਂ ਉੱਤੇ। ਤੇ ਨਾ ਡਿੱਠਾ ਅਸਾਂ ਉਹਨਾਂ ਵਿੱਚੋਂ ਬਹੁਤਿਆਂ ਦੇ ਇਕਰਾਰ ਦਾ ਨਬਾ, ਤੇ ਜ਼ਰੂਰ ਡਿੱਠੇ ਅਸਾਂ ਬਹੁਤੇ ਉਹਨਾਂ ਦੇ ਫਾਸਕ ਬੇਫਰਮਾਨ। ਫਿਰ ਭੇਜਿਆ ਅਸਾਂ ਪਿੱਛੇ ਉਹਨਾਂ ਦੇ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਕੇ ਫਿਰੌਨ ਤੇ ਉਹਦੇ ਸਰਦਾਰਾਂ ਵੱਲ। ਫਿਰ ਜ਼ਬਰਦਸਤੀ ਕੀਤੀ ਉਹਨੇ ਸਾਡੀਆਂ ਨਿਸ਼ਾਨੀਆਂ ਨਾਲ। ਫਿਰ ਵੇਖ ਕੀਕਰ ਹੋਇਆ ਔਲਖ ਫਸਾਦੀਆਂ ਦਾ। ਤੇ ਆਖਿਆ ਮੂਸਾ ਨੇ, ਐ ਫਿਰੌਨ, ਮੈਂ ਜ਼ਰੂਰ ਪੈਗਾਮ ਪਹੁੰਚਾਣੇ ਵਾਲਾ ਹਾਂ ਸਾਰੇ ਜੱਗ ਦੇ ਰੱਬ ਦਾ। ਇਸ ਗੱਲ ਉੱਤੇ ਕਾਇਮ ਹਾਂ ਜੋ ਨਾ ਆਖਾਂ ਅੱਲਾ ਉੱਤੇ ਸਵਾ ਸੱਚ ਦੇ। ਲਿਆਇਆ ਹਾਂ ਤੁਸਾਂ ਕੋਲ ਨਿਸ਼ਾਨੀ ਤੁਹਾਡੇ ਰੱਬ ਵੱਲੋਂ, ਸੋ ਭੇਜ ਦੇ ਮੇਰੇ ਨਾਲ ਬਣੀ ਇਸਰਾਈਲ ਨੂੰ। ਆਖਿਓ ਸੂ, ਜੇ ਲਿਆਂਦੀ ਆ ਕੋਈ ਨਿਸ਼ਾਨੀ ਤਾਂ ਉਹ ਸਾਹਮਣੇ ਲਿਆ, ਜੇ ਤੂੰ ਇਹ ਸੱਚਿਆਂ ਥੀ। ਮੂਸਾ ਫਿਰ ਸੁੱਟ ਦਿੱਤੀ ਉਸੂ ਆਪਣੀ ਲਾਠੀ, ਤਾਂ ਉਸੇ ਵੇਲੇ ਉਹ ਨਾਂਗ ਹੋ ਗਿਆ ਜਿਉਂਦਾ ਜਾਗਦਾ। ਨਾਲੇ ਕੱਢਿਓ ਸੂ ਹੱਥ ਆਪਣਾ, ਤਾਂ ਉਸੇ ਵੇਲੇ ਉਹ ਚਿੱਟਾ ਚਮਕਦਾ ਨਜ਼ਰ ਆਇਆ ਵੇਖਣ ਵਾਲਿਆਂ ਨੂੰ। ਆਖਿਆ ਸਰਦਾਰਾਂ ਨੇ ਫਿਰੌਨ ਦੀ ਕੌਮ ਵਿੱਚੋਂ, ਇਹ ਜ਼ਰੂਰ ਹੀ ਜਾਦੂਗਾਰੇ ਪੜ੍ਹਿਆ ਹੋਇਆ, ਚਾਹੁੰਦਾ ਹੈ ਜੋ ਕੱਢ ਦੇ ਤੁਹਾਨੂੰ ਤੁਹਾਡੇ ਮੁਲਕੋਂ। ਦੱਸੋ ਫਿਰ ਕੀ ਕੁਝ ਸਲਾਹ ਦਿੰਦੇ ਹੋ। ਸਰਦਾਰਾਂ ਆਖਿਆ, ਢਿੱਲ ਦੇ ਉਹਨੂੰ ਤੇ ਇਹਦੇ ਭਰਾ ਨੂੰ, ਤੇ ਭੇਜ ਦੇ ਹਰਕਾਰੇ ਸ਼ਹਿਰਾਂ ਵਿੱਚ ਇਕੱਠੇ ਕਰਨ ਵਾਲੇ ਲੈ ਆਉਣ ਤੇਰੇ ਕੋਲ ਜਾਦੂਗਰ ਪੜ੍ਹੇ ਹੋਏ ਨੂੰ। ਤੇ ਆਏ ਜਾਦੂਗਰ ਫਿਰੌਨ ਕੋਲ। ਆਖਿਓ ਨੇ, ਜ਼ਰੂਰ ਹੀ ਸਾਨੂੰ ਮਿਲਣੀ ਚਾਹੀਦੀ ਹੈ ਕੁਝ ਮਜ਼ਦੂਰੀ, ਜੇ ਅਸੀਂ ਜਿੱਤ ਗਏ। ਆਖਿਓ ਸੂ, ਹਾਂ, ਨਾਲੇ ਤੁਸੀਂ ਨੇੜੇ ਢੋਏ ਜਾਓਗੇ, ਸਰਕਾਰ ਤੁਹਾਨੂੰ ਕੁਰਸੀ ਦੇਗੀ। ਆਖਿਓ ਨੇ, ਐ ਮੂਸਾ, ਜਾਂ ਤੂੰ ਪਹਿਲੇ ਸੁੱਟੇ ਤੇ ਜਾਂ ਅਸੀਂ ਬਣੀਏ ਸੁੱਟਣ ਵਾਲੇ। ਮੂਸਾ ਆਖਿਓ ਸੂ, ਸੁੱਟੋ ਤੁਸੀਂ। ਫਿਰ ਜਦ ਸੁੱਟਿਓ ਨੇ, ਬੰਦ ਕਰ ਲਈ ਉਹਨੇ ਨਜ਼ਰਾਂ ਲੋਕਾਂ ਦੀਆਂ, ਤੇ ਡਰਾ ਦਿੱਤੋ ਨੇ ਉਹਨਾਂ ਨੂੰ
ਤੇ ਕਰ ਲਿਆ ਜਾਦੂ ਬੜਾ। ਤੇ ਇਸ਼ਾਰਾ ਕੀਤਾ ਅਸਾਂ ਮੂਸਾ ਨੂੰ, ਭਾਈ ਸੁੱਟ ਦੇ ਲਾਠੀ ਆਪਣੀ। ਫਿਰ ਤਦੋਂ ਹੀ ਉਹ ਨਿਗਲਦੀ ਗਈ ਜੋ ਸਾਂਗ ਬਣਾਉਂਦੇ ਸਨ। ਫਿਰ ਨਿੱਤਰ ਪਿਆ ਸੱਚ ਤੇ ਮਿਟ ਗਿਆ ਜੋ ਕੁਝ ਉਹ ਕਰਦੇ ਸਨ। ਫਿਰ ਹਾਰ ਗਏ ਉੱਥੇ ਤੇ ਮੁੜ ਗਏ ਖੁਆਰ ਹੋ ਕੇ, ਤੇ ਕਿੰਨੇ ਪਾ ਦਿੱਤੇ ਜਾਦੂਗਰ ਸਜਦੇ। ਆਖਿਓ ਨੇ ਅਸਾਂ ਮੰਨਿਆ ਸਾਰੇ ਜੱਗ ਦੇ ਰੱਬ ਨੂੰ, ਮੂਸਾ ਤੇ ਹਾरून ਦੇ ਰੱਬ ਨੂੰ। ਆਖਿਆ ਫਿਰੌਨ ਨੇ, ਤੁਸਾਂ ਮੰਨ ਲਿਆ ਉਸ ਨੂੰ ਪਹਿਲੇ ਇਸ ਦੇ ਜੋ ਮੈਂ ਇਜਾਜ਼ਤ ਦਿਆਂ ਤੁਹਾਨੂੰ। ਇਹ ਜ਼ਰੂਰ ਹੀ ਕੋਈ ਦਾ ਹੈ ਜੋ ਤੁਸਾਂ ਮਿੱਥ ਲਿਆ ਹੈ ਸ਼ਹਿਰ ਵਿੱਚ, ਤਾਂ ਕੱਢ ਦਿਓ ਉੱਥੋਂ ਦੇ ਲੋਕਾਂ ਨੂੰ, ਸੋ ਅੱਗੋਂ ਨਤੀਜਾ ਮਾਲੂਮ ਕਰੋਗੇ। ਮੈਂ ਜ਼ਰੂਰ ਵੱਢ ਦਿਆਂਗਾ ਤੁਹਾਡੇ ਹੱਥ ਤੇ ਤੁਹਾਡੇ ਪੈਰ ਉਲਟੇ ਦਾਓ, ਫਿਰ ਮੈਂ ਜ਼ਰੂਰ ਸੂਲੀ ਦਿਆਂਗਾ ਤੁਹਾਨੂੰ ਸਾਰਿਆਂ ਨੂੰ। ਉਹਨਾਂ ਆਖਿਆ, ਅਸਾਂ ਵੀ ਆਪਣੇ ਰੱਬ ਵੱਲ ਹੀ ਮੁੜ ਜਾਣਾ ਹੈ ਤੇ ਨਹੀਂ ਵੈਰ ਲੈਣਾ ਹੈ ਸਾਥੋਂ, ਪਰ ਨਿਰਾ ਇਸ ਦਾ ਜੋ ਮੰਨ ਲਿਆ ਅਸਾਂ ਆਇਤਾਂ ਆਪਣੇ ਰੱਬ ਦੀਆਂ ਜਦ ਪਹੁੰਚੀਆਂ ਸਾਨੂੰ। ਸਾਡਿਆ ਰੱਬਾ ਪਾ ਦੇ ਸਾਡੇ ਵਿੱਚ ਸਬਰ ਤੇ ਸਾਨੂੰ ਮੁਸਲਮਾਨ ਮਾਰੀ। ਤੇ ਆਖਿਆ ਸਰਦਾਰਾਂ ਨੇ ਫਿਰੌਨ ਦੀ ਕੌਮ ਵਿੱਚੋਂ, ਕਿਉਂ ਛੱਡਣਾ ਹੈ ਮੂਸਾ ਤੇ ਉਹਦੀ ਕੌਮ ਨੂੰ ਤਾਂ ਫਸਾਦ ਮਚਾਉਣ ਮੁਲਕ ਵਿੱਚ, ਤੇ ਛੱਡ ਬਏ ਤੈਨੂੰ ਤੇ ਤੇਰਿਆਂ ਬੁੱਤਾਂ ਨੂੰ। ਆਖਿਓ ਸੂ ਹੁਣ ਅਸੀਂ ਫੇਰ ਮਾਰਾਂਗੇ ਉਹਨਾਂ ਦੇ ਪੁੱਤਰਾਂ ਨੂੰ ਤੇ ਜਿਉਂਦਿਆਂ ਰਹਿਣ ਦਿਆਂਗੇ ਉਹਨਾਂ ਦੀਆਂ ਧੀਆਂ ਨੂੰ, ਤੇ ਸਾਡਾ ਉਹਨਾਂ ਉੱਤੇ ਜ਼ੋਰ ਚੱਲਦਾ ਹੈ। ਆਖਿਆ ਮੂਸਾ ਨੇ ਆਪਣੀ ਕੌਮ ਨੂੰ, ਮਦਦ ਮੰਗੋ ਅੱਲਾ ਤੋਂ ਤੇ ਸਬਰ ਕਰੋ। ਜ਼ਮੀਨ ਜ਼ਰੂਰ ਅੱਲਾ ਦੀ ਹੈ, ਵਾਰਿਸ ਕਰਦਾ ਉਸ ਦਾ ਜਿਸ ਨੂੰ ਚਾਹੇ ਆਪਣੇ ਬੰਦਿਆਂ ਵਿੱਚੋਂ, ਤੇ ਅੰਤ ਭਲਾ ਹੈ ਬਚ ਕੇ ਤੁਰਨ ਵਾਲਿਆਂ ਦਾ। ਆਖਿਓ ਨੇ, ਸਾਨੂੰ ਦੁੱਖ ਮਿਲਿਆ ਪਹਿਲੇ ਇਸ ਦੇ ਜੋ ਤੂੰ ਆਵੇਂ ਸਾਡੇ ਕੋਲ, ਤੇ ਪਿੱਛੇ ਇਸ ਦੇ ਜੋ ਆ ਚੁੱਕਾ ਹੈ ਅਸਾਂ ਕੋਲ। ਆਖਿਓ ਸੂ ਨੇੜੇ ਆ ਗਿਆ ਹੈ ਰੱਬ ਤੁਹਾਡਾ ਜੋ ਬਰਬਾਦ ਕਰੇ ਦੁਸ਼ਮਣ ਤੁਹਾਡੇ ਨੂੰ ਤੇ ਖਲੀਫਾ ਕਰੇ ਤੁਹਾਨੂੰ ਮੁਲਕ ਵਿੱਚ। ਫਿਰ ਵੇਖੇਗਾ ਤੁਸੀਂ ਕੀ ਕੰਮ ਕਰਦੇ ਹੋ। ਤੇ ਜ਼ਰੂਰ ਪਕੜਿਆ ਅਸਾਂ ਫਿਰੌਨ ਦੇ ਲੋਕਾਂ ਨੂੰ ਨਾਲ ਕਹਿ ਤਸਾਲੀਆਂ ਤੇ ਨੁਕਸਾਨ ਫਲਾਂ ਦੇ, ਤਾਂ ਉਹ ਨਸੀਹਤ ਪਕੜਨ। ਫਿਰ ਜਦ ਪਹੁੰਚਿਆ ਉਹਨਾਂ ਨੂੰ ਸੁੱਖ, ਆਖਣ ਲਗੇ ਇਹ ਸਾਡੀ ਖਾਤਰ ਏ, ਤੇ ਜੇ ਪਹੁੰਚਿਆ ਉਹਨਾਂ ਨੂੰ ਦੁੱਖ, ਬਦਸ਼ਗਨੀ ਸਮਝਦੇ ਮੂਸਾ ਤੇ ਉਹਦੇ ਨਾਲ ਦਿਆਂ ਦੀ। ਸੁਣਨਾ ਏ ਸਬਬ ਉਹਨਾਂ ਦੀ ਬਦਸ਼ਗਨੀ ਦਾ ਨਿਰਾ ਅੱਲਾ ਕੋਲ ਏ, ਤੇ ਬਹੁਤੇ ਉਹਨਾਂ ਵਿੱਚੋਂ ਨਹੀਂ ਜਾਣਦੇ। ਤੇ ਆਖਿਓ ਨੇ ਮੂਸਾ ਨੂੰ, ਜੋ ਤੂੰ ਲਿਆਵੇਂਗਾ ਸਾਡੇ ਕੋਲ ਕੋਈ ਨਿਸ਼ਾਨੀ, ਤਾਂ ਜਾਦੂ ਕਰੀ ਸਾਨੂੰ ਉਸ ਨਾਲ, ਸੋ ਨਹੀਂ ਅਸੀਂ ਤੈਨੂੰ ਮੰਨਣ ਵਾਲੇ। ਫਿਰ ਭੇਜਿਆ ਅਸਾਂ ਉਹਨਾਂ ਉੱਤੇ ਹੜ੍ਹ ਤੇ ਮੱਕੜੀ ਦਲ ਛੋੜੇ ਤੇ ਚਿਚੜੀਆਂ ਤੇ ਡੱਡੀਆਂ ਤੇ ਲਹੂ ਵਿਖਾਈਆਂ ਨਿਸ਼ਾਨੀਆਂ ਜੁਦਾ ਜੁਦਾ ਕਰਕੇ। ਫਿਰ ਤਕੱਬਰ ਕੀਤੋ ਨੇ ਤੇ ਉਹ ਲੋਕ ਸਨ ਪਾਪੀ। ਤੇ ਜਦ ਕਦੀ ਪਿਆ ਉਹਨਾਂ ਉੱਤੇ ਅਜ਼ਾਬ, ਆਖਿਓ ਨੇ ਐ ਮੂਸਾ ਦੁਆ ਮੰਗ ਸਾਡੇ ਲਈ ਆਪਣੇ ਰੱਬ ਤੋਂ, ਜਿਸ ਤਰ੍ਹਾਂ ਇਕਰਾਰ ਕੀਤਾ ਸੂ ਤੇਰੇ ਨਾਲ। ਜੇ ਦੂਰ ਕਰ ਦਿੱਤੋ ਹੀ ਅਸਾਂ ਤੋਂ ਅਜ਼ਾਬ, ਤਾਂ ਜ਼ਰੂਰ ਅਸੀਂ ਮੰਨਾਂਗੇ ਤੈਨੂੰ ਤੇ ਜ਼ਰੂਰ ਭੇਜ ਦਿਆਂਗੇ ਤੇਰੇ ਨਾਲ ਬਨੀ ਇਸਰਾਈਲ ਨੂੰ। ਫਿਰ ਜਦ ਦੂਰ ਕਰ ਦਿੱਤਾ ਅਸਾਂ ਉਹਨਾਂ ਤੋਂ ਅਜ਼ਾਬ ਇੱਕ ਮੁੱਦਤ ਤੀਕ, ਜਿੱਥੋਂ ਤੀਕ ਉਹ ਨਾ ਪਹੁੰਚਣਾ ਸੀ, ਤਦੋਂ ਹੀ ਉਹ ਇਕਰਾਰ ਤੋੜ ਦਿੰਦੇ ਨੇ। ਫਿਰ ਬਦਲਾ ਲਿਆ ਅਸਾਂ ਉਹਨਾਂ ਤੋਂ। ਫਿਰ ਡੋਬ ਦਿੱਤਾ ਅਸਾਂ ਉਹਨਾਂ ਨੂੰ ਦਰਿਆ ਵਿੱਚ, ਇਸ ਸਬਬ ਨਾਲ ਜੋ ਜ਼ਰੂਰ ਉਹਨਾਂ ਝੁਠਲਾਈਆਂ ਆਇਤਾਂ ਸਾਡੀਆਂ, ਤੇ ਰਹੇ ਉਹਨਾਂ ਤੋਂ ਬੇਖਬਰ। ਤੇ ਵਾਰਿਸ ਬਣਾ ਦਿੱਤੇ ਅਸਾਂ ਜਿਹੜੇ ਲੋਕ ਕਮਜ਼ੋਰ ਜਾਪਦੇ ਸਨ, ਚੜ੍ਹਦੀਆਂ ਜ਼ਮੀਨ ਦੇ ਤੇ ਉਸ ਦੇ ਲਹਿੰਦਿਆਂ ਦੇ, ਜਿਸ ਵਿੱਚ ਬਰਕਤ ਰੱਖੀ ਹੈ ਅਸਾਂ। ਤੇ ਪੂਰਾ ਹੋਇਆ ਵਾਅਦਾ ਤੇਰੇ ਰੱਬ ਦਾ ਸੋਹਣਾ ਬਨੀ ਇਸਰਾਈਲ ਉੱਤੇ ਉਹਨਾਂ ਦੇ ਸਬਰ ਕਰਨੇ ਨਾਲ। ਤੇ ਖਰਾਬ ਕਰ ਦਿੱਤਾ ਅਸਾਂ ਜੋ ਬਣਾਉਂਦਾ ਸੀ ਫਿਰੌਨ ਤੇ ਉਹਦੀ ਕੌਮ, ਤੇ ਜੋ ਉਹ ਬਣਾਉਂਦੇ ਤੇ ਚੜਾਉਂਦੇ ਸਨ। ਤੇ ਪਾਰ ਲੰਘਾਇਆ ਅਸਾਂ ਬਨੀ ਇਸਰਾਈਲ ਨੂੰ ਦਰਿਆ ਦੇ। ਫਿਰ ਗੁਜ਼ਰੇ ਇੱਕ ਕੌਮ ਕੋਲ ਦੀ ਜੋ ਬਜਾਵਰ ਬਣੇ ਬੈਠੇ ਸਨ ਆਪਣੇ ਬੁੱਤਾਂ ਉੱਤੇ। ਆਖਣ ਲਗੇ ਐ ਮੂਸਾ ਬਣਾ ਦੇ ਸਾਨੂੰ ਵੀ ਬੁੱਤ ਜਿਉਂ ਇਹਨਾਂ ਦੇ ਬੁੱਤ ਨੇ। ਆਖਿਓ ਸੂ ਜ਼ਰੂਰ ਤੁਸੀਂ ਐਸੇ ਲੋਕ ਹੋ ਜੋ ਨਾਦਾਨੀ ਕਰਦੇ ਹੋ, ਇਹਨਾਂ ਲੋਕਾਂ ਦਾ ਜ਼ਰੂਰ ਬਰਬਾਦ ਜਾਣਾ ਹੈ ਜਿਸ ਕੰਮ ਵਿੱਚ ਉਹ ਪਏ ਹੋਏ ਨੇ ਤੇ ਗਲਤ ਕੰਮ ਹੈ ਜੋ ਕਰ ਰਹੇ ਨੇ। ਫਿਰ ਮੂਸਾ ਆਖਿਆ, ਭਲਾ ਸਵਾ ਅੱਲਾ ਦੇ ਢੂੰਡਦੇ ਆ ਤੁਹਾਨੂੰ ਕੋਈ ਮਾਬੂਦ, ਤੇ ਉਸ ਨੇ ਵਡਿਆਈ ਦਿੱਤੀ ਹੈ ਤੁਹਾਨੂੰ ਸਾਰੇ ਜੱਗ ਉੱਤੇ। ਅੱਲਾ ਫਰਮਾਂਦਾ ਹੈ, ਜਦ ਬਚਾ ਦਿੱਤਾ ਅਸਾਂ ਤੁਹਾਨੂੰ ਫਿਰੌਨ ਦੇ ਲੋਕਾਂ ਕੋਲੋਂ ਪਹੁੰਚਾਉਂਦੇ ਸਨ ਤੁਹਾਨੂੰ ਬੁਰਾ ਅਜ਼ਾਬ, ਜਾਨੋਂ ਮਾਰਦੇ ਸਨ ਤੁਹਾਡੇ ਪੁੱਤਰਾਂ ਨੂੰ ਤੇ ਜਿਉਂਦੀਆਂ ਰਹਿਣ ਦਿੰਦੇ ਸਨ ਧੀਆਂ ਤੁਹਾਡੀਆਂ। ਤੇ ਇਸ ਵਿੱਚ ਸੀ ਅਜ਼ਮਾਇਸ਼ ਤੁਹਾਡੇ ਰੱਬ ਵੱਲੋਂ ਵੱਡੀ। ਤੇ ਵਾਅਦਾ ਦਿੱਤਾ ਅਸਾਂ ਮੂਸਾ ਨੂੰ 30 ਰਾਤਾਂ ਦਾ, ਤੇ ਬਾਅਦ ਵਿੱਚ ਵਧਾ ਦਿੱਤੇ 10 ਦਿਨ ਹੋਰ ਵੀ,
ਤਾਂ ਪੂਰਾ ਹੋਇਆ ਉਹਦੇ ਰੱਬ ਦੇ ਵਾਅਦੇ ਦਾ ਵਕਤ 40 ਰਾਤਾਂ। ਤੇ ਆਖਿਆ ਮੂਸਾ ਨੇ ਆਪਣੇ ਭਰਾ ਹਾरून ਨੂੰ, ਖਲੀਫਾ ਰਹਿ ਮੇਰਾ ਮੇਰੀ ਕੌਮ ਵਿੱਚ, ਤੇ ਸਵਾਰਦਾ ਰਹਿ ਤੇ ਨਾ ਤੁਰ ਰਾਹ ਫਸਾਦੀਆਂ ਦੇ। ਤੇ ਜਦ ਆਇਆ ਮੂਸਾ ਸਾਡੇ ਵਾਅਦੇ ਦੇ ਵਕਤ ਉੱਤੇ ਤੇ ਗੱਲਾਂ ਕੀਤੀਆਂ ਉਸ ਨਾਲ ਉਹਦੇ ਰੱਬ ਨੇ, ਆਖਿਓ ਸੂ ਮੇਰਾ ਰੱਬਾ ਤੂੰ ਮੈਨੂੰ ਵਿਖਾ, ਮੈਂ ਤੈਨੂੰ ਵੇਖ ਲਾਂ। ਫਰਮਾਇਆ ਤੂੰ ਮੈਨੂੰ ਨਾ ਹੀ ਵੇਖੇਂਗਾ ਪਰ ਵੇਖ ਪਹਾੜ ਵੱਲ, ਫੇਰ ਜੇ ਪਹਾੜ ਠਹਿਰਿਆ ਰਿਹਾ ਆਪਣੇ ਥਾਂ ਤਾਂ ਤੂੰ ਵੇਖੇਂਗਾ ਮੈਨੂੰ। ਫੇਰ ਜਦ ਜ਼ਾਹਿਰ ਹੋਇਆ ਰੱਬ ਉਹਦਾ ਪਹਾੜ ਵੱਲ, ਕਰ ਦਿੱਤੋ ਸੂ ਪਹਾੜ ਨੂੰ ਰੇਜ਼ਾ ਰੇਜ਼ਾ ਤੇ ਡਿੱਗ ਪਿਆ ਮੂਸਾ ਗਸ਼ ਖਾ ਕੇ। ਫਿਰ ਜਦ ਹੋਸ਼ ਆਈਓ ਸੂ ਆਖਣ ਲੱਗਾ ਤੂੰ ਬੇਅੈਬ ਏ, ਤੋਬਾ ਕੀਤੀ ਤੇਰੇ ਅੱਗੇ ਤੇ ਮੈਂ ਪਹਿਲਾਂ ਮੰਨਣ ਵਾਲਿਆਂ ਦਾ। ਫਰਮਾਇਆ ਐ ਮੂਸਾ ਮੈਂ ਤੈਨੂੰ ਚੁਣਿਆ ਲੋਕਾਂ ਵਿੱਚੋਂ, ਨਾਲ ਆਪਣੇ ਪੈਗਾਮ ਪਹੁੰਚਾਣੇ ਦੇ ਤੇ ਨਾਲ ਆਪਣੇ ਗੱਲਾਂ ਕਰਨ ਦੇ। ਸੋ ਲੈ ਜੋ ਮੈਂ ਦਿੱਤਾ ਤੈਨੂੰ ਤੇ ਰਹਿ ਸ਼ੁਕਰਗੁਜ਼ਾਰਾਂ ਥੀ। ਤੇ ਲਿਖ ਦਿੱਤੀ ਅਸਾਂ ਉਹਨੂੰ ਤਖਤੀਆਂ ਵਿੱਚ ਹਰ ਕਾਸੇ ਦੀ ਨਸੀਹਤ ਤੇ ਨਖੇੜ ਹਰ ਚੀਜ਼ ਦਾ। ਸੋ ਪਕੜ ਇਹਨਾਂ ਨੂੰ ਮਜ਼ਬੂਤੀ ਨਾਲ ਤੇ ਹੁਕਮ ਕਰ ਕੌਮ ਆਪਣੀ ਨੂੰ ਪਕੜਨ ਉਹਨਾਂ ਵਿੱਚੋਂ ਸੋਹਣੀਆਂ ਗੱਲਾਂ। ਹੁਣ ਮੈਂ ਵਿਖਾ ਦਿਆਂਗਾ ਤੁਹਾਨੂੰ ਘਰ ਬੇਫਰਮਾਨਾਂ ਦਾ। ਮੈਂ ਫੇਰ ਦਿਆਂਗਾ ਆਪਣੀਆਂ ਆਇਤਾਂ ਨੂੰ ਉਹਨਾਂ ਤੋਂ ਜਿਹੜੇ ਤਕੱਬਰ ਕਰਦੇ ਨੇ ਜ਼ਮੀਨ ਵਿੱਚ ਨਾ ਹੱਕ। ਤੇ ਜਦ ਵੇਖਣ ਹਰ ਇੱਕ ਨਿਸ਼ਾਨੀ ਨਹੀਂ ਮੰਨਦੇ ਉਸ ਨੂੰ, ਤੇ ਜੇ ਵੇਖਣ ਰਾਹ ਸਿੱਧਾ ਨਾ ਫੜਨ ਉਹ ਰਾਹ, ਤੇ ਜੇ ਵੇਖਣ ਰਾਹ ਡਿੰਗਾ ਫੜਨ ਉਹ ਰਾਹ। ਇਹ ਹੀ ਇਸ ਸਬਬ ਨਾਲ ਜੋ ਉਹਨਾਂ ਝੁਠਲਾਈਆਂ ਆਇਤਾਂ ਸਾਡੀਆਂ ਤੇ ਰਹੇ ਉਹਨਾਂ ਤੋਂ ਬੇਖਬਰ। ਤੇ ਜਿਨ੍ਹਾਂ ਝੁਠਲਾਈਆਂ ਆਇਤਾਂ ਸਾਡੀਆਂ ਤੇ ਮਿਲਣਾ ਆਖਰਤ ਦਾ, ਔਗਤ ਗਏ ਅਮਲ ਉਹਨਾਂ ਦੇ, ਨਹੀਂ ਬਦਲਾ ਪਾਣਗੇ ਪਰ ਜੋ ਕਰਦੇ ਸਨ। ਤੇ ਬਣਾ ਲਿਆ ਮੂਸਾ ਦੀ ਕੌਮ ਨੇ ਪਿੱਛੇ ਉਹਦੇ ਆਪਣੇ ਗਹਿਣਿਆਂ ਦਾ ਵੱਛਾ, ਇੱਕ ਜੁੱਸਾ ਜਿਸ ਵਿੱਚ ਆਵਾਜ਼ ਹੈ ਗਾਂ ਦੀ। ਭਲਾ ਇਹ ਨਾ ਵੇਖਿਓ ਨੇ ਜੋ ਉਹ ਜ਼ਰੂਰ ਨਹੀਂ ਗੱਲ ਕਰਦਾ ਇਹਨਾਂ ਨਾਲ ਤੇ ਨਹੀਂ ਦੱਸਦਾ ਇਹਨਾਂ ਨੂੰ ਰਾਹ। ਬਣਾ ਲਿਓ ਨੇ ਉਸ ਨੂੰ ਮਾਬੂਦ ਤੇ ਹੈ ਸਨ ਜ਼ਾਲਿਮ। ਤੇ ਜਦ ਪਸ਼ਮਾਨ ਹੋਏ ਤੇ ਜਾਤੋ ਨੇ ਭਾਈ ਅਸੀਂ ਕੋ ਰਾਹ ਪੈ ਗਏ ਹਾਂ, ਆਖਿਓ ਨੇ ਜੇ ਨਾ ਮਿਹਰ ਕਰੇਗਾ ਸਾਡੇ ਉੱਤੇ ਰੱਬ ਸਾਡਾ ਤੇ ਨਾ ਬਖਸ਼ੇਗਾ ਸਾਨੂੰ, ਤਾਂ ਜ਼ਰੂਰ ਅਸੀਂ ਹੋ ਜਾਵਾਂਗੇ ਘਾਟੇ ਵਾਲਿਆਂ ਥੀ। ਤੇ ਜਦ ਮੁੜ ਕੇ ਆਇਆ ਮੂਸਾ ਆਪਣੀ ਕੌਮ ਵੱਲ ਗੁੱਸੇ ਭਰਿਆ ਪਛੋਤਾਂਦਾ, ਆਖਿਓ ਸੂ ਕਿਆ ਬੁਰਾ ਕੰਮ ਸੰਭਾਲਿਓ ਜੇ ਮੇਰਾ, ਪਿੱਛੇ ਮੇਰੇ ਕਿਉਂ ਕਾਲ ਕੀਤੀਓ ਜੇ ਆਪਣੇ ਰੱਬ ਦੇ ਹੁਕਮ ਅੱਗੋਂ, ਤੇ ਤਖਤੀਆਂ ਸੁੱਟ ਦਿੱਤੀਆਂ ਸੂ। ਤੇ ਫੜ ਲਿਓ ਸੂ ਆਪਣੇ ਭਰਾ ਦੇ ਛੱਤੇ, ਘਸੀਟਣ ਲਗਾ ਉਸ ਨੂੰ ਆਪਣੇ ਵੱਲ। ਉਹਨਾਂ ਆਖਿਆ ਐ ਮੇਰੀ ਮਾਂ ਦੇ ਪੁੱਤਰਾ, ਲੋਕਾਂ ਨੇ ਜ਼ਰੂਰ ਬੋਧਾ ਸਮਝਿਆ ਮੈਨੂੰ ਤੇ ਨੇੜੇ ਆ ਗਏ ਜੇ ਖੂਨ ਕਰ ਦੇਣ ਮੇਰਾ। ਸੋ ਨਾ ਹਸਾ ਮੇਰੇ ਉੱਤੇ ਦੁਸ਼ਮਣਾਂ ਨੂੰ ਤੇ ਨਾ ਰਲਾ ਮੈਨੂੰ ਨਾਲ ਲੋਕਾਂ ਜ਼ਾਲਮਾਂ ਦੇ। ਮੂਸਾ ਨੇ ਆਖਿਆ ਮੇਰੇ ਰੱਬਾ ਬਖਸ਼ ਲੈ ਮੈਨੂੰ ਤੇ ਮੇਰੇ ਭਰਾ ਨੂੰ ਤੇ ਵਾਲ ਲੈ ਸਾਨੂੰ ਅੰਦਰ ਆਪਣੀ ਮਿਹਰ ਦੇ, ਤੇ ਤੂੰ ਬੜਾ ਮਿਹਰਬਾਨ ਹੈ ਸਭ ਮਿਹਰਬਾਨਾਂ ਥੀ। ਜਿਨ੍ਹਾਂ ਬਣਾਇਆ ਵੱਛਾ ਜ਼ਰੂਰ ਉਹਨਾਂ ਨੂੰ ਪਹੁੰਚੇਗਾ ਕਹਿਰ ਉਹਨਾਂ ਦੇ ਰੱਬ ਦਾ ਤੇ ਖੁਆਰੀ ਵਿੱਚ ਜਿਉਣੇ ਦੁਨੀਆ ਦੇ। ਤੇ ਇਸੇ ਤਰ੍ਹਾਂ ਅਸੀਂ ਸਜ਼ਾ ਦੇਂਦੇ ਹਾਂ ਝੂਠ ਜੋੜਨ ਵਾਲਿਆਂ ਨੂੰ। ਤੇ ਜਿਨ੍ਹਾਂ ਕੀਤੀਆਂ ਬੁਰਾਈਆਂ ਫਿਰ ਤੋਬਾ ਕੀਤੀ ਪਿੱਛੇ ਉਹਨਾਂ ਦੇ ਤੇ ਈਮਾਨਦਾਰ ਬਣੇ, ਤੇਰਾ ਰੱਬ ਪਿੱਛੇ ਇਸ ਦੇ ਜ਼ਰੂਰ ਬਖਸ਼ਣਹਾਰ ਮਿਹਰਬਾਨ ਹੈ। ਤੇ ਜਦ ਥੰਮ ਗਿਆ ਮੂਸਾ ਦਾ ਗੁੱਸਾ, ਪਕੜ ਲਈਆਂ ਸੂ ਤਖਤੀਆਂ ਤੇ ਵਿੱਚ ਉਹਨਾਂ ਦੀ ਲਿਖਤ ਦੀ ਰਾਹ ਦੀ ਸਮਝ ਤੇ ਮੇਰੇ ਵਾਸਤੇ ਉਹਨਾਂ ਦੇ ਜਿਹੜੇ ਆਪਣੇ ਰੱਬ ਤੋਂ ਡਰਦੇ ਨੇ। ਤੇ ਚੁਣ ਲਏ ਮੂਸਾ ਨੇ ਆਪਣੀ ਕੌਮ ਵਿੱਚੋਂ 70 ਮਰਦ ਸਾਡੇ ਵਾਅਦੇ ਦੇ ਵਕਤ ਲਈ। ਫਿਰ ਜਦ ਪਕੜਿਆ ਉਹਨਾਂ ਨੂੰ ਭੁਚਾਲ ਨੇ, ਆਖਿਓ ਸੂ ਮੇਰੇ ਰੱਬਾ ਜੇ ਕਦੇ ਚਾਹੁੰਦੋ ਫਨਾਹ ਕਰ ਦਿੰਦੋ ਉਹਨਾਂ ਨੂੰ ਇਹਦੋਂ ਪਹਿਲੇ, ਤੇ ਮੈਨੂੰ ਵੀ ਕਿਉਂ ਫਨਾਹ ਕਰਨਾ ਹੈ ਸਾਨੂੰ ਉਸ ਕੰਮ ਉਤੋਂ ਜੋ ਕੀਤਾ ਮੂਰਖਾਂ ਨੇ ਸਾਡੇ ਵਿੱਚੋਂ। ਨਹੀਂ ਇਹ ਸਭ ਪਰ ਅਜ਼ਮਾਣਾ ਤੇਰਾ, ਰਾਹ ਭੁਲਾਣਾ ਇਸ ਨਾਲ ਜਿਸ ਨੂੰ ਚਾਹੇ ਤੇ ਰਾਹ ਪਾਣਾ ਹੈ ਜਿਸ ਨੂੰ ਚਾਹੇ। ਤੂੰ ਹੀ ਹੈ ਸਾਡਾ ਕੰਮ ਬਣਾਉਣ ਵਾਲਾ, ਸੋ ਬਖਸ਼ ਲੈ ਸਾਨੂੰ ਤੇ ਮਿਹਰ ਕਰ ਸਾਡੇ ਉੱਤੇ। ਤੂੰ ਹੀ ਹੈ ਚੰਗਾ ਸਭ ਬਖਸ਼ਣ ਵਾਲਿਆਂ ਦਾ। واكتب لنا في هذه الدنيا حسنة وفي الآخرة إنا هدنا إليك قال عذابي أصيب به من أشاء ورحمتي وسعت كل شيء فسأكتبها للذين يتقون ويؤتون الزكاة والذين هم
بآياتنا يؤمنون الذين يتبعون الرسول النبي الأمي الذي يجدونه مكتوبا عندهم في التوراة والإنجيل يأمرهم بالمعروف وينهاهم عن المنكر ويحل لهم الطيبات ويحرم عليهم الخبائث ويضع عنهم إصرهم والأغلال التي كانت عليهم فالذين آمنوا به وعزروه ونصروه واتبعوا النور الذي أنزل معه أولئك هم المفلحون ਤੇ ਲਿਖ ਲੈ ਸਾਡੇ ਲਈ ਇਸ ਦੁਨੀਆ ਵਿੱਚ ਨੇਕੀ ਤੇ ਆਖਰਤ ਵਿੱਚ ਵੀ ਅਸੀਂ ਮੁੜੇ ਹਾਂ ਤੇਰੇ ਵੱਲ। ਜਵਾਬ ਵਿੱਚ ਫਰਮਾਇਆ, ਅਜ਼ਾਬ ਆਪਣਾ ਪਹੁੰਚਾਨਾ ਮੈਂ ਜਿਸ ਨੂੰ ਚਾਹਾਂ ਤੇ ਰਹਿਮਤ ਮੇਰੀ ਨੇ ਸਮਾ ਲਿਆ ਹੈ ਹਰ ਚੀਜ਼ ਨੂੰ, ਸੋ ਹੁਣ ਉਹ ਲਿਖ ਲਾਂਗਾ ਉਹਨਾਂ ਲਈ ਜਿਹੜੇ ਬਚਦੇ ਨੇ ਤੇ ਦਿੰਦੇ ਨੇ ਜ਼ਕਾਤ ਤੇ ਉਹ ਜਿਹੜੇ ਆਇਤਾਂ ਸਾਡੀਆਂ ਨੂੰ ਮੰਨਦੇ ਨੇ, ਜਿਹੜੇ ਤਾਬੇਦਾਰੀ ਕਰਦੇ ਨੇ ਰਸੂਲ ਨਬੀ ਉਮੀ ਦੀ ਜਿਸ ਦੇ ਜ਼ਿਕਰ ਨੂੰ ਵੇਖਦੇ ਨੇ ਲਿਖਿਆ ਹੋਇਆ ਆਪਣੇ ਕੋਲ ਤੌਰਾਤ ਤੇ ਇੰਜੀਲ ਵਿੱਚ। ਹੁਕਮ ਕਰਦਾ ਹੈ ਉਹਨਾਂ ਨੂੰ ਨੇਕੀ ਦਾ ਤੇ ਮਨਾ ਕਰਦਾ ਹੈ ਉਹਨਾਂ ਨੂੰ ਬੁਰਾਈਆਂ ਤੇ ਹਲਾਲ ਕਰਦਾ ਹੈ ਉਹਨਾਂ ਲਈ ਪਾਕ ਚੀਜ਼ਾਂ ਤੇ ਹਰਾਮ ਕਰਦਾ ਹੈ ਉਹਨਾਂ ਉੱਤੇ ਨਾਪਾਕ ਚੀਜ਼ਾਂ ਤੇ ਲਾਂਦਾ ਹੈ ਉਹਨਾਂ ਉੱਤੋਂ ਭਾਰ ਉਹਨਾਂ ਦਾ ਤੇ ਜਿਹੜੇ ਫਾਹ ਹੈ ਸਣ ਉਹਨਾਂ ਉੱਤੇ। ਸੋ ਜਿਨ੍ਹਾਂ ਮੰਨਿਆ ਉਹਨੂੰ ਤੇ ਵਡਿਆਈ ਮੰਨਿਓ ਨੇ ਉਹਦੀ ਤੇ ਮਦਦ ਦਿੱਤਿਓ ਨੇ ਉਹਨੂੰ ਤੇ ਤਾਬੇ ਹੋਏ ਉਸ ਚਾਨਣ ਦੇ ਜੋ ਉਤਰਿਆ ਨਾਲ ਉਹਦੀ ਪੈਗੰਬਰੀ ਦੇ, ਉਹੋ ਹੀ ਨਿਹਾਲ ਹੋਏ ਨੇ। ਐ ਹਬੀਬ ਤੁਸੀਂ ਆਖੋ, ਐ ਲੋਕੋ ਮੈਂ ਜ਼ਰੂਰ ਪੈਗੰਬਰ ਹਾਂ ਅੱਲਾ ਦਾ ਤੁਹਾਡੇ ਸਾਰਿਆਂ ਵੱਲ, ਜਿਸ ਦਾ ਰਾਜ ਹੈ ਅਸਮਾਨਾਂ ਤੇ ਜ਼ਮੀਨ ਦਾ, ਨਹੀਂ ਕੋਈ ਮਾਬੂਦ ਬਾਝ ਉਹਦੇ, ਜੋ ਆਂਦਾ ਏ ਤੇ ਮਾਰਦਾ ਏ, ਸੋ ਮੰਨੋ ਅੱਲਾ ਨੂੰ ਤੇ ਉਹਦੇ ਰਸੂਲ ਨਬੀ ਉਮੀ ਨੂੰ, ਜਿਹੜਾ ਮੰਨਦਾ ਏ ਅੱਲਾ ਨੂੰ ਤੇ ਉਹਦੀਆਂ ਸਭ ਗੱਲਾਂ ਨੂੰ ਤੇ ਉਹਦੇ ਤਾਬੇ ਹੋਵੋ ਤਾਂ ਤੁਸੀਂ ਰਾਹ ਸਿਰਾਓ। ਤੇ ਮੂਸਾ ਦੀ ਕੌਮ ਵਿੱਚੋਂ ਇੱਕ ਟੋਲਾ ਏ, ਰਾਹ ਦੱਸਦੇ ਨੇ ਸੱਚੇ ਦੀਨ ਦਾ ਤੇ ਉਸੇ ਨਾਲ ਇਨਸਾਫ ਕਰਦੇ ਨੇ। ਤੇ ਪਾਲ ਕੇ ਕਰ ਦਿੱਤਾ ਅਸਾਂ ਉਹਨਾਂ ਨੂੰ 12 ਕਬੀਲੇ ਤੇ ਮੁਸਤਕਿਲ ਗਰੋਹ ਤੇ ਹੁਕਮ ਭੇਜਿਆ ਅਸਾਂ ਮੂਸਾ ਵੱਲ ਜਦ ਪਾਣੀ ਮੰਗਿਆ ਉਸ ਤੋਂ ਉਹਦੀ ਕੌਮ ਨੇ, ਭਈ ਮਾਰ ਲਾਠੀ ਆਪਣੀ ਪੱਥਰ ਨੂੰ, ਫਿਰ ਫੁੱਟ ਨਿਕਲੇ ਉਸ ਤੋਂ 12 ਚਸ਼ਮੇ। ਪਛਾਣ ਲਿਆ ਹਰ ਟੋਲੇ ਨੇ ਪੀਣ ਦਾ ਥਾਂ ਆਪਣਾ ਤੇ ਛਾਂ ਕੀਤੀ ਅਸਾਂ ਉਹਨਾਂ ਉੱਤੇ ਬੱਦਲ ਦੀ ਤੇ ਉਤਾਰੀ ਅਸਾਂ ਉਹਨਾਂ ਉੱਤੇ ਤੁਰੰਜਬੀਨ ਤੇ ਲਵਾ। ਖਾਓ ਪਾਕ ਤੇ ਮਜ਼ੇਦਾਰ ਜੋ ਦਿੱਤਾ ਅਸਾਂ ਤੁਹਾਨੂੰ ਤੇ ਨਾ ਵਿਗਾੜਿਓ ਨੇ ਕੋਈ ਸਾਡਾ, ਪਰ ਆਪਣਾ ਹੀ ਵਿਗਾੜਦੇ ਰਹੇ। ਤੇ ਜਦ ਆਖਿਆ ਗਿਆ ਉਹਨਾਂ ਨੂੰ ਵਸੋ ਇਸ ਸ਼ਹਿਰ ਤੇ ਖਾਓ ਉੱਥੋਂ ਜਿੱਥੋਂ ਚਾਹੋ ਤੇ ਆਖੋ ਹਿੱਤਾਤੁਨ ਤੇ ਵੜੋ ਦਰਵਾਜ਼ੇ ਵਿੱਚ ਸਜਦਾ ਕਰਦੇ, ਬਖਸ਼ਾਂਗੇ ਅਸੀਂ ਤੁਹਾਨੂੰ ਗੁਨਾਹ ਤੁਹਾਡੇ, ਅੱਗੋਂ ਵਧੇਰਾ ਦਿਆਂਗੇ ਨੇਕੀ ਵਾਲਿਆਂ ਨੂੰ। ਫਿਰ ਬਦਲ ਦਿੱਤਾ ਜ਼ਾਲਮਾਂ ਨੇ ਉਹਨਾਂ ਵਿੱਚੋਂ ਬਾਤ ਨੂੰ ਸਵਾ ਉਸ ਦੇ ਜੋ ਆਖੀ ਸੀ ਉਹਨਾਂ ਨੂੰ। ਫਿਰ ਭੇਜਿਆ ਅਸਾਂ ਉਹਨਾਂ ਉੱਤੇ ਅਜ਼ਾਬ ਅਸਮਾਨੋਂ, ਬਦਲੇ ਉਸ ਦੇ ਜੋ ਜ਼ਾਲਮ ਕਰਦੇ ਸਨ। ਤੇ ਪੁੱਛੋ ਉਹਨਾਂ ਨੂੰ ਹਾਲ ਵਸਤੀ ਦਾ ਜਿਹੜੇ ਦਰਿਆ ਦੇ ਕੰਢੇ ਸੀ, ਜਦੋਂ ਹੱਦੋਂ ਲੰਘ ਗਏ ਹਫ਼ਤਾ ਮਨਾਉਣ ਵਿੱਚ, ਜਦ ਆਉਂਦੀਆਂ ਨੇ ਉਹਨਾਂ ਕੋਲ ਮੱਛੀਆਂ ਉਹਨਾਂ ਦੀਆਂ, ਦਿਨ ਉਹਨਾਂ ਦੇ ਹਫ਼ਤਾ ਮਨਾਉਣ ਦੇ, ਜ਼ਾਹਿਰ ਪਾਣੀ ਉੱਤੇ, ਤੇ ਜਿਸ ਦਿਨ ਨਹੀਂ ਹਫ਼ਤਾ ਮਨਾਉਂਦੇ ਨਹੀਂ ਆਉਂਦੀਆਂ ਉਹਨਾਂ ਕੋਲ। ਇਸੇ ਤਰ੍ਹਾਂ ਅਸੀਂ ਆਜ਼ਮਾਨੇ ਆ ਉਹਨਾਂ ਨੂੰ, ਬਦਲੇ ਉਹਨਾਂ ਦੇ ਬੇਫਰਮਾਨੀ ਕਰਦਿਆਂ ਰਹਿਣ ਦੇ। ਯਹੂਦੀਆਂ ਨੂੰ ਹਫ਼ਤੇ ਦੇ ਦਿਨ ਸ਼ਿਕਾਰ ਕਰਨਾ ਮਨਾ ਸੀ। ਅੱਲਾਹ ਤਾਲਾ ਨੇ ਉਸ ਸ਼ਹਿਰ ਵਾਲਿਆਂ ਨੂੰ ਬੇਫਰਮਾਨ ਡਿੱਠਾ ਤੇ ਅਜ਼ਮਾਨ ਲੱਗਾ। ਹਫ਼ਤੇ ਦਿਨ ਮੱਛੀਆਂ ਪਾਣੀ ਦੇ ਉੱਤੇ ਟੱਪ ਆਉਂਦੀਆਂ ਤੇ ਫਿਰਦੀਆਂ ਨਜ਼ਰ ਆਉਂਦੀਆਂ, ਹੋਰਨਾਂ ਦਿਨਾਂ ਵਿੱਚ ਛੁਪੀਆਂ ਰਹਿੰਦੀਆਂ। ਯਹੂਦੀਆਂ ਦਾ ਜੀ ਨਾ ਰਹਿ ਸਕਿਆ, ਆਖਰ ਹਫ਼ਤੇ ਦੇ ਦਿਨ ਸ਼ਿਕਾਰ ਕਰ ਲਿਆ ਉਹਨੇ। ਆਪਣੇ ਥਾਂ ਹੀਲਾ ਇਹ ਬਣਾਇਆ ਕਿ ਦਰਿਆ ਦਾ ਪਾਣੀ ਵੱਢ ਕੇ ਦੂਸਰੀ ਜਗ੍ਹਾ ਪਾਇਆ ਤੇ ਮਛਲੀਆਂ ਉੱਥੇ ਬੰਦ ਰਹਿਣ, ਤਾਂ ਵੀ ਹੱਥ ਨਾ ਆਈਆਂ। ਹਫ਼ਤੇ ਦੀ ਸ਼ਾਮ ਨੂੰ ਉੱਥੋਂ ਨਿਕਲ ਜਾਂਦੀਆਂ ਰਹੀਆਂ।
ਆਖਰ ਹਫ਼ਤੇ ਦੇ ਦਿਨ ਨਿਕਲਣ ਦਾ ਰਾਹ ਬੰਦ ਕਰ ਦਿੱਤਾ ਤੇ ਐਤਵਾਰ ਨੂੰ ਪਕੜ ਲਈਆਂ। ਫਿਰ ਉਹ ਲੋਕ ਬਾਂਦਰ ਬਣ ਗਏ। ਤੇ ਜਦ ਆਖਿਆ ਇੱਕ ਟੋਲੇ ਨੇ ਉਹਨਾਂ ਵਿੱਚੋਂ, ਕਿਉਂ ਨਸੀਹਤ ਕਰਦੇ ਹੋ ਐਸੇ ਲੋਕਾਂ ਨੂੰ ਜਿਨ੍ਹਾਂ ਨੂੰ ਅੱਲਾ ਬਰਬਾਦ ਕਰਦਾ ਹੈ ਜਾਂ ਅਜ਼ਾਬ ਕਰਦਾ ਹੈ, ਕੋਈ ਸਖਤ ਅਜ਼ਾਬ। ਆਖਿਓ ਨੇ ਸੁਰਖਰੂਈ ਲਈ ਤੁਹਾਡੇ ਰੱਬ ਅੱਗੇ, ਨਾਲੇ ਸ਼ਾਇਦ ਉਹ ਬਚ ਜਾਣ ਨਾਫਰਮਾਨੀ ਤੋਂ। ਫਿਰ ਜਦ ਭੁਲਾ ਦਿੱਤੋ ਨੇ ਜੋ ਨਸੀਹਤ ਮਿਲੀ ਸਾਣੇ, ਬਚਾ ਦਿੱਤੇ ਅਸਾਂ ਜਿਹੜੇ ਵਰਜਦੇ ਸਨ ਬੁਰੇ ਕੰਮੋਂ, ਤੇ ਪਕੜਿਆ ਅਸਾਂ ਉਹਨਾਂ ਨੂੰ ਸਖਤ ਅਜ਼ਾਬ ਵਿੱਚ ਜਿਨ੍ਹਾਂ ਜ਼ੁਲਮ ਕੀਤਾ, ਬਦਲੇ ਉਹਨਾਂ ਦੇ ਬੇਫਰਮਾਨੀਆਂ ਕਰਦਿਆਂ ਰਹਿਣ ਦੇ। ਫਿਰ ਜਦ ਅਗਾਂਹ ਲੰਘ ਤੁਰੇ ਉਸ ਕੰਮੋਂ ਜਿੱਥੋਂ ਵਰਜਿਆ ਸੀ, ਆਖਿਆ ਅਸਾਂ ਉਹਨਾਂ ਨੂੰ, ਹੋ ਜਾਓ ਬਾਂਦਰ ਦੁਰਕਾਰੇ ਹੋਏ। ਤੇ ਜਦ ਖਬਰ ਕਰ ਦਿੱਤੀ ਤੇਰੇ ਰੱਬ ਨੇ, ਭਾਈ ਜ਼ਰੂਰ ਮੁਸੱਲਤ ਕਰੇਗਾ ਉਹਨਾਂ ਉੱਤੇ ਦਿਨ ਕਿਆਮਤ ਤੀਕ ਉਸ ਸ਼ਖਸ ਨੂੰ ਜੋ ਦੇ ਉਹਨਾਂ ਨੂੰ ਬੁਰਾ ਅਜ਼ਾਬ। ਤੇਰਾ ਰੱਬ ਜ਼ਰੂਰ ਹੀ ਜਲਦੀ ਅਜ਼ਾਬ ਕਰਨ ਵਾਲਾ ਹੈ ਤੇ ਉਹ ਜ਼ਰੂਰ ਹੀ ਬਖਸ਼ਣਹਾਰ ਮਿਹਰਬਾਨ ਵੀ ਹੈ। ਤੇ ਪਾੜ ਕੇ ਕਰ ਦਿੱਤਾ ਅਸਾਂ ਉਹਨਾਂ ਨੂੰ ਜ਼ਮੀਨ ਵਿੱਚ ਟੋਲੇ ਟੋਲੇ, ਕੁਝ ਉਹਨਾਂ ਤੋਂ ਨੇਕ ਨੇ ਤੇ ਕੁਝ ਉਹਨਾਂ ਤੋਂ ਸਿਵਾ ਇਸ ਦੇ ਨੇ। ਤੇ ਅਜ਼ਮਾਇਆ ਅਸਾਂ ਉਹਨਾਂ ਨੂੰ ਸੁੱਖਾਂ ਤੇ ਦੁੱਖਾਂ ਨਾਲ, ਤੇ ਜੇ ਉਹ ਮੁੜ ਜਾਣ। ਫਿਰ ਆਏ ਉਹਨਾਂ ਦੇ ਪਿੱਛੋਂ ਕਪੁੱਤਰ, ਵਾਰਸ ਹੋਏ ਕਿਤਾਬ ਦੇ, ਸਮੇਟਦੇ ਨੇ ਅਸਬਾਬ ਇਸ ਦੁਨੀਆ ਦਾ, ਤੇ ਆਖਦੇ ਨੇ ਬਖਸ਼ ਦਿੱਤਾ ਜਾਏਗਾ ਸਾਨੂੰ। ਤੇ ਜੇ ਆਵੇ ਉਹਨਾਂ ਕੋਲ ਫਿਰ ਅਸਬਾਬ ਉਹੋ ਜਿਹਾ, ਉਹ ਵੀ ਨੇ ਲੈਂਦੇ। ਭਲਾ ਨਹੀਂ ਲਿਆ ਸੀ ਉਹਨਾਂ ਤੋਂ ਇਕਰਾਰ ਕਿਤਾਬ ਦਾ, ਭਈ ਨਾ ਆਖਣ ਕੋਈ ਬਾਤ ਅੱਲਾ ਉੱਤੇ ਸਵਾ ਸੱਚ ਦੇ। ਤੇ ਪੜ੍ਹਿਆ ਨੇ ਜੋ ਵਿੱਚ ਹੈ ਉਸ ਦੇ, ਤੇ ਘਰ ਆਖਰਤ ਦਾ ਚੰਗਾ ਹੈ ਵਾਸਤੇ ਬਚਣ ਵਾਲਿਆਂ ਦੇ। ਕਿਉਂ ਫਿਰ ਅਕਲ ਨਹੀਂ ਕਰਦੇ ਹੋ? ਤੇ ਜਿਹੜੇ ਮਜ਼ਬੂਤ ਫੜਦੇ ਨੇ ਕਿਤਾਬ ਤੇ ਦਰੁਸਤ ਪੜ੍ਹਦੇ ਨੇ ਨਮਾਜ਼, ਅਸੀਂ ਐਵੇਂ ਨਹੀਂ ਗਵਾਉਂਦੇ ਮਜ਼ਦੂਰੀ ਨੇਕੀ ਵਾਲਿਆਂ ਦੀ। ਤੇ ਉਹਨਾਂ ਨੂੰ ਉਹ ਵੇਲਾ ਯਾਦ ਹੋਏਗਾ ਜਦ ਪੁੱਟ ਖੜਾ ਕੀਤਾ ਅਸਾਂ ਪਹਾੜ ਉਹਨਾਂ ਉੱਤੇ, ਜਿਉਂ ਉਹ ਸਾਹਿਬਾਨ ਨੇ, ਤੇ ਜਾਤੋਂ ਨੇ ਪਈ ਉਹ ਡਿੱਗੇਗਾ ਉਹਨਾਂ ਉੱਤੇ। ਤੇ ਆਖਿਆ ਮਜ਼ਬੂਤ ਪਕੜੋ ਜੋ ਦਿੱਤਾ ਅਸਾਂ ਤੁਹਾਨੂੰ, ਤੇ ਯਾਦ ਕਰੋ ਜੋ ਵਿੱਚ ਉਸ ਦੇ, ਤਾਂ ਤੁਸੀਂ ਬਚੋ। ਤੇ ਜਦ ਨਿਕਾਲੀ ਤੇਰੇ ਰੱਬ ਨੇ ਆਦਮ ਦੀ ਔਲਾਦ ਤੋਂ, ਉਹਨਾਂ ਦੀਆਂ ਪਿੱਠਾਂ ਤੋਂ ਨਸਲ ਉਹਨਾਂ ਦੀ, ਤੇ ਗਵਾਹ ਰੱਖਿਆ ਉਹਨਾਂ ਨੂੰ ਉਹਨਾਂ ਦੀਆਂ ਜਾਨਾਂ ਉੱਤੇ, ਭਲਾ ਮੈਂ ਤੁਹਾਡਾ ਰੱਬ ਨਹੀਂ ਹਾਂ? ਆਖਿਓ ਨੇ ਕਿਉਂ ਨਹੀਂ, ਅਸੀਂ ਇਕਰਾਰੀ ਹਾਂ। ਤਾਂ ਜੇ ਆਖੋ ਨਾ ਦਿਨ ਕਿਆਮਤ ਦੇ, ਅਸੀਂ ਇਸ ਗੱਲੋਂ ਬੇਖਬਰ ਸਾਂ। ਤੇ ਜੇ ਕਦੀ ਅਸੀਂ ਚਾਹੁੰਦੇ ਤਾਂ ਬੁਲੰਦੀ ਅਤਾ ਕਰਦੇ ਉਹਨੂੰ ਉਹਨਾਂ ਆਇਤਾਂ ਨਾਲ, ਪਰ ਉਹ ਪੱਸਰ ਪਿਆ ਜ਼ਮੀਨ ਉੱਤੇ, ਤੇ ਮਗਰ ਲੱਗਾ ਆਪਣੀ ਜੀ ਦੀ ਚਾਹ ਦੇ। ਸੋ ਹਾਲ ਉਹਦਾ ਕੁੱਤੇ ਦੇ ਹਾਲ ਵਾਂਗੂ ਹੈ। ਜੇ ਤੂੰ ਹੱਥ ਕਰੇ ਉਸ ਉੱਤੇ ਤਾਂ ਕੁਰਕੇ, ਜਾਂ ਛੱਡ ਦੇ ਉਹਨੂੰ ਤਾਂ ਕੁਰਕੇ। ਇਹ ਹਾਲ ਹੀ ਉਹਨਾਂ ਲੋਕਾਂ ਦਾ ਜਿਨ੍ਹਾਂ ਝੁਠਲਾਈਆਂ ਆਇਤਾਂ ਸਾਡੀਆਂ। ਸੋ ਤੂੰ ਬਿਆਨ ਕਰ ਇਹ ਹਾਲ, ਸ਼ਾਇਦ ਉਹ ਧਿਆਨ ਕਰਨ। ਕਿਆ ਬੁਰਾ ਹਾਲ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਝੁਠਲਾਈਆਂ ਆਇਤਾਂ ਸਾਡੀਆਂ, ਤੇ ਆਪਣਾ ਹੀ ਬੁਰਾ ਕਰਦੇ ਰਹੇ। ਜਿਸ ਨੂੰ ਰਾਹ ਪਾਏ ਅੱਲਾ, ਸੋ ਉਹੋ ਹੀ ਇਹ ਰਾਹ ਪਿਆ ਹੋਇਆ, ਤੇ ਜਿਸ ਨੂੰ ਰਾਹੋਂ ਭੁਲਾਏ, ਸੋ ਉਹੋ ਹੀ ਨੇ ਘਾਟੇ ਵਾਲੇ। ਤੇ ਜ਼ਰੂਰ ਪੈਦਾ ਕੀਤੇ ਨੇ ਅਸਾਂ ਦੋਜ਼ਖ ਲਈ ਬਹੁਤ ਸਾਰੇ ਜਿੰਨ ਤੇ ਇਨਸਾਨ। ਉਹਨਾਂ ਦੇ ਦਿਲ ਨੇ ਪਰ ਸਮਝਦੇ ਨਹੀਂ ਉਹਨਾਂ ਨਾਲ, ਤੇ ਉਹਨਾਂ ਦੀਆਂ ਅੱਖੀਆਂ ਨੇ ਪਰ ਵੇਖਦੇ ਨਹੀਂ ਉਹਨਾਂ ਨਾਲ, ਤੇ ਉਹਨਾਂ ਦੇ ਕੰਨ ਨੇ ਸੁਣਦੇ ਨਹੀਂ ਉਹਨਾਂ ਨਾਲ। ਉਹ ਨੇ ਡੰਗਰਾਂ ਜਿਹੇ, ਸਗੋਂ ਉਹ ਵਧੇਰੇ ਭੁੱਲੇ ਹੋਏ ਨੇ। ਉਹੋ ਹੀ ਨੇ ਗਾਫਲ ਬੇਸੁਰਤ। ਤੇ ਅੱਲਾ ਦੇ ਸਭ ਨਾਮ ਨੇ ਸੋਹਣੇ, ਸੋ ਸੱਦੋ ਉਹਨੂੰ ਉਹਨਾਂ ਨਾਲ, ਤੇ ਛੱਡ ਦਿਓ ਉਹਨਾਂ ਨੂੰ ਜਿਹੜੇ ਡਿੰਗੇ ਰਾਹ ਤੁਰਦੇ ਨੇ ਉਹਦੇ ਨਾਮਾਂ ਵਿੱਚ। ਬਦਲਾ ਪਾਉਣਗੇ ਉਸ ਦਾ ਜੋ ਕਰਦੇ ਰਹੇ ਨੇ। ਤੇ ਸਾਡੀ ਪੈਦਾ ਕੀਤੀਆਂ ਹੋਇਆਂ ਵਿੱਚੋਂ ਇੱਕ ਉਮਤ ਦੇ ਲੋਕ ਨੇ ਜੋ ਰਾਹ ਦੱਸਦੇ ਨੇ ਸੱਚੇ ਦੀਨ ਦਾ, ਤੇ ਉਸੇ ਨਾਲ ਇਨਸਾਫ ਕਰਦੇ ਨੇ। ਤੇ ਜਿਨ੍ਹਾਂ ਝੁਠਲਾਈਆਂ ਐਤਾਂ ਸਾਡੀਆਂ, ਅਸੀਂ ਉਹਨਾਂ ਨੂੰ ਸਹਿਜ ਸਹਿਜ ਪਕੜਾਂਗੇ ਜਿੱਥੋਂ ਨਾ ਜਾਣਨਗੇ। ਤੇ ਮੈਂ ਮੁੱਲ ਦਿਆਂਗਾ ਉਹਨਾਂ ਨੂੰ, ਮੇਰਾ ਦਾ ਜ਼ਰੂਰ ਪੱਕਾ ਹੈ। ਭਲਾ ਤੇ ਫਿਕਰ ਨਹੀਂ ਨੇ ਕੀਤਾ, ਭਾਈ ਨਹੀਂ ਇਹ ਪੈਗੰਬਰ ਉਹਨਾਂ ਦੇ ਨੂੰ ਕੁਝ ਸੌਦਾ ਕੁਝ ਹੋਰ ਨਹੀਂ, ਉਹ ਪਰ ਡਰਾਉਣ ਵਾਲਾ ਹੈ ਜ਼ਾਹਿਰ। ਭਲਾ ਤੇ ਨਜ਼ਰ ਨਹੀਂ ਨੇ ਕੀਤੀ ਆਸਮਾਨਾਂ ਤੇ ਜ਼ਮੀਨ ਦੇ ਇੰਤਜ਼ਾਮ ਵਿੱਚ, ਤੇ ਉਸ ਦੇ ਜੋ ਪੈਦਾ ਕੀਤੀ ਅੱਲਾ ਨੇ ਹਰ ਚੀਜ਼, ਤੇ ਇਸ ਦੇ
ਜੋ ਸ਼ਾਇਦ ਨੇੜੇ ਆ ਗਈ ਹੋਵੇ ਅਜਲ ਉਹਨਾਂ ਦੀ। ਫਿਰ ਕਿਹੜੀ ਗੱਲ ਨੂੰ ਇਦੋਂ ਪਿੱਛੇ ਮੰਨਣਗੇ? ਜਿਸ ਨੂੰ ਰਾਹ ਭੁਲਾਏ ਅੱਲਾ, ਸੋ ਕੋਈ ਉਸ ਨੂੰ ਰਾਹ ਪਾਉਣ ਵਾਲਾ ਨਹੀਂ, ਤੇ ਅੱਲਾ ਛੱਡਦਾ ਹੈ ਉਹਨਾਂ ਨੂੰ ਉਹਨਾਂ ਦੇ ਹੱਦੋਂ ਟੱਪਣੇ ਵਿੱਚ ਹੈਰਾਨ ਹੁੰਦਿਆਂ ਨੂੰ। ਪੁੱਛਦੇ ਨੇ ਕਿਆਮਤ ਦਾ ਹਾਲ ਤੈਨੂੰ, ਕਦੋਂ ਇਹ ਪੈਣਾ ਉਸ ਦਾ? ਤੂੰ ਆਖ ਖਬਰ ਉਸ ਦੀ ਨੇੜੇ ਮੇਰੇ ਰੱਬ ਕੋਲ ਏ। ਨਾ ਜ਼ਾਹਿਰ ਕਰੇਗਾ ਉਸ ਨੂੰ ਉਸ ਦੇ ਵਕਤ ਸਿਰ, ਪਰ ਉਹ ਹੀ ਭਾਰੂ ਹੋਈ ਏ ਅਸਮਾਨਾਂ ਤੇ ਜ਼ਮੀਨ ਵਾਲਿਆਂ ਉੱਤੇ। ਨਾ ਆਵੇਗੀ ਤੁਸਾਂ ਕੋਲ ਪਰ ਅਚਾਨਕ ਬੇਖਬਰ। ਪੁੱਛਦੇ ਨੇ ਤੈਨੂੰ ਜਿਉਂ ਤੂੰ ਉਹਦੀ ਖੋਜ ਵਿੱਚ ਲੱਗਿਆ ਹੋਇਆ ਹੈ। ਤੂੰ ਆਖ ਉਸ ਦਾ ਇਲਮ ਨਿਰਾ ਮੇਰੇ ਰੱਬ ਕੋਲ ਏ, ਪਰ ਬਹੁਤ ਲੋਕ ਨਹੀਂ ਜਾਣਦੇ। ਹਬੀਬ ਤੁਸੀਂ ਆਖੋ ਮੈਂ ਮਾਲਕ ਨਹੀਂ ਆਪਣੇ ਜਾਨ ਦੇ ਨਫੇ ਦਾ ਤੇ ਨਾ ਨੁਕਸਾਨ ਦਾ, ਪਰ ਜੋ ਚਾਹੇ ਅੱਲਾ। ਤੇ ਜੇ ਕਦੇ ਮੈਂ ਗੈਬ ਜਾਣਦਾ ਹੁੰਦਾ ਤਾਂ ਬਹੁਤ ਲੈਂਦਾ ਮੈਂ ਨਫੇ, ਤੇ ਨਾ ਪਹੁੰਚਦੀ ਮੈਨੂੰ ਸਖਤੀ। ਮੈਂ ਕੁਝ ਹੋਰ ਨਹੀਂ ਪਰ ਡਰਾਉਣ ਵਾਲਾ ਤੇ ਖੁਸ਼ਖਬਰੀ ਦੇਣ ਵਾਲਾ ਵਾਸਤੇ ਲੋਕਾਂ ਇਮਾਨਦਾਰਾਂ ਦੇ। ਉਹ ਹੀ ਹੈ ਜਿਨ ਪੈਦਾ ਕੀਤਾ ਤੁਹਾਨੂੰ ਇੱਕੋ ਜਾਨ ਤੋਂ, ਤੇ ਬਣਾਇਆ ਉਸ ਦੀ ਜਿਨਸ ਤੋਂ ਜੋੜਾ ਉਹਦਾ, ਤਾਂ ਆਰਾਮ ਪਾਏ ਉਹਦੇ ਕੋਲ। ਫਿਰ ਜਦ ਕੱਜ ਲਿਓ ਸੂ ਉਹਨੂੰ, ਢਿੱਡ ਹੋ ਗਿਓ ਸੂ ਢਿੱਡ ਹੌਲਾ। ਫਿਰ ਤੁਰੀ ਫਿਰੀ ਉਸ ਨੂੰ ਲੈ ਕੇ ਨਾਲ। ਫਿਰ ਜਦ ਭਾਰੀ ਹੋਈ ਦੁਆ ਮੰਗੀ ਦੋਵਾਂ ਨੇ ਅੱਲਾ ਆਪਣੇ ਪਾਲਣ ਵਾਲੇ ਤੋਂ, ਜੇ ਦਿੱਤੋ ਹੀ ਸਾਨੂੰ ਬੱਚਾ ਚੰਗਾ ਭਲਾ ਤਾਂ ਜ਼ਰੂਰ ਅਸੀਂ ਹੋਵਾਂਗੇ ਸ਼ੁਕਰਗੁਜ਼ਾਰਾਂ ਥੀ। ਫਿਰ ਜਦ ਦਿੱਤਾ ਉਹਨਾਂ ਨੂੰ ਬੱਚਾ ਚੰਗਾ ਭਲਾ ਸਹੀ ਸਾਲਮ, ਠਹਿਰਾਇਓ ਨੇ ਉਹਦੇ ਬਰਾਬਰ ਦੇ ਸ਼ਰੀਕ ਉਸ ਵਿੱਚ ਜੋ ਦਿੱਤਾ ਉਹਨਾਂ ਨੂੰ। ਸੋ ਉੱਚਾ ਹੈ ਅੱਲਾ ਉਸ ਤੋਂ ਜਿਸ ਨੂੰ ਸ਼ਰੀਕ ਕਰਦੇ ਨੇ। ਕਿਉਂ ਬਰਾਬਰ ਕਰਦੇ ਨੇ ਉਸ ਨੂੰ ਜੋ ਨਾ ਪੈਦਾ ਕਰੇ ਕੁਝ, ਤੇ ਉਹ ਖੁਦ ਆਪ ਪੈਦਾ ਕੀਤੇ ਜਾਂਦੇ ਨੇ, ਤੇ ਨਹੀਂ ਤਾਕਤ ਰੱਖਦੇ ਉਹਨਾਂ ਦੀ ਮਦਦ ਦੀ, ਤੇ ਨਾ ਆਪਣੇ ਆਪ ਦੀ ਮਦਦ ਕਰ ਸਕਦੇ ਨੇ। ਤੇ ਜੇ ਸਦੋ ਉਹਨਾਂ ਨੂੰ ਰਾਹ ਸਿੱਧੀ ਵੱਲ, ਨਾ ਤੁਰਨ ਤੁਹਾਡੇ ਸਦਨੇ ਉੱਤੇ। ਬਰਾਬਰ ਹੈ ਤੁਹਾਨੂੰ ਜੋ ਸੱਦੋ ਉਹਨਾਂ ਨੂੰ ਜਾਂ ਤੁਸੀਂ ਚੁੱਪ ਕਰ ਰਹੋ। ਜਿਨ੍ਹਾਂ ਨੂੰ ਸੱਦੇ ਉਹ ਸਵਾ ਅੱਲਾ ਦੇ, ਉਹ ਜ਼ਰੂਰ ਬੰਦੇ ਨੇ ਤੁਸਾਂ ਜੇ। ਫਿਰ ਸੱਦ ਵੇਖੋ ਉਹਨਾਂ ਨੂੰ, ਫਿਰ ਚਾਹੇ ਜੋ ਕਬੂਲ ਕਰਨਾ ਤੁਹਾਡਾ ਸਦਨਾ, ਜੇ ਤੁਸੀਂ ਸੱਚੇ ਹੋ। ਭਲਾ ਉਹਨਾਂ ਦੇ ਪੈਰ ਨੇ ਜਿਨ੍ਹਾਂ ਨਾਲ ਤੁਰਦੇ ਨੇ, ਜਾਂ ਉਹਨਾਂ ਦੇ ਹੱਥ ਨੇ ਜਿਨ੍ਹਾਂ ਨਾਲ ਪਕੜਦੇ ਨੇ, ਜਾਂ ਉਹਨਾਂ ਦੀਆਂ ਅੱਖੀਆਂ ਨੇ ਜਿਨ੍ਹਾਂ ਨਾਲ ਵੇਖਦੇ ਨੇ, ਜਾਂ ਉਹਨਾਂ ਦੇ ਕੰਨ ਨੇ ਜਿਨ੍ਹਾਂ ਨਾਲ ਸੁਣਦੇ ਨੇ। ਹਬੀਬ ਤੁਸੀਂ ਆਖੋ ਸੱਦੋ ਸ਼ਰੀਕਾ ਆਪਣਿਆਂ ਨੂੰ, ਫਿਰ ਦਾ ਲਾ ਲਓ ਮੈਨੂੰ, ਤੇ ਫਿਰ ਮੋਹਲਤ ਹਰਗਿਜ਼ ਨਾ ਦਿਓ ਮੈਨੂੰ। ਮੇਰਾ ਕੰਮ ਬਣਾਉਣ ਵਾਲਾ ਜ਼ਰੂਰ ਅੱਲਾ ਹੈ ਜਿਹਨੂੰ ਉਤਾਰੀ ਕਿਤਾਬ, ਤੇ ਉਹ ਕੰਮ ਸੰਭਾਲਦਾ ਹੈ ਨੇਕਾਂ ਦਾ। ਤੇ ਜਿਨ੍ਹਾਂ ਨੂੰ ਤੁਸੀਂ ਸੱਦਦੇ ਹੋ ਸਵਾ ਉਹਦੇ, ਉਹ ਤਾਕਤ ਨਹੀਂ ਰੱਖਦੇ ਤੁਹਾਡੀ ਮਦਦ ਦੀ, ਤੇ ਨਾ ਆਪਣੇ ਆਪ ਦੀ ਮਦਦ ਕਰਦੇ ਨੇ। ਤੇ ਜੇ ਤੁਸੀਂ ਸੱਦੋ ਉਹਨਾਂ ਨੂੰ ਰਾਹ ਦੱਸਣ ਸਿੱਧੀ ਵੱਲ, ਨਹੀਂ ਸੁਣਦੇ ਤੁਹਾਡੀ ਗੱਲ। ਤੇ ਤੂੰ ਵੇਖੇ ਉਹਨਾਂ ਨੂੰ ਪਈ ਤੱਕਦੇ ਨੇ ਤੇਰੇ ਵੱਲ, ਪਰ ਉਹਨਾਂ ਨੂੰ ਕੁਝ ਨਹੀਂ ਦਿਸਦਾ। ਐ ਹਬੀਬ ਪਕੜੋ ਮਾਫ਼ ਕਰਨਾ, ਤੇ ਹੁਕਮ ਕਰੋ ਨੇਕੀ ਦਾ, ਤੇ ਮੂੰਹ ਫੇਰੋ ਨਾਦਾਨਾਂ ਤੋਂ। ਤੇ ਜੇ ਚੁੱਭੇ ਤੈਨੂੰ ਸ਼ੈਤਾਨ ਵੱਲੋਂ ਚੋਭ, ਤਾਂ ਪਨਾਹ ਮੰਗ ਅੱਲਾ ਤੋਂ, ਉਹ ਜ਼ਰੂਰ ਸੁਣਦਾ ਜਾਣਦਾ ਏ। ਜਿਹੜੇ ਲੋਕ ਬਚਦੇ ਨੇ ਜਦ ਪਹੁੰਚੇ ਉਹਨਾਂ ਨੂੰ ਵਸਵਸਾ ਸ਼ੈਤਾਨ ਦਾ, ਜ਼ਰੂਰ ਯਾਦ ਕਰਦੇ ਨੇ, ਫਿਰ ਤਦੋਂ ਹੀ ਉਹ ਚੁਕੰਨੇ ਹੋ ਜਾਂਦੇ ਨੇ। ਤੇ ਜੋ ਭਰਾ ਨੇ ਸ਼ੈਤਾਨ ਦੇ, ਖਿੱਚਦੇ ਨੇ ਉਹਨਾਂ ਨੂੰ ਗੁੰਮਰਾਹੀ ਵਿੱਚ, ਫਿਰ ਫਰਕ ਨਹੀਂ ਕਰਦੇ ਉਹਨਾਂ ਨੂੰ ਭਟਕਾਉਣ ਵਿੱਚ। ਤੇ ਜਦ ਤੂੰ ਨਾ ਲਿਆਵੇਂ ਉਹਨਾਂ ਕੋਲ ਕੋਈ ਨਿਸ਼ਾਨੀ ਯਾਨੀ ਮੌਜਜ਼ਾ, ਆਖਦੇ ਨੇ ਕਿਉਂ ਨਾ ਉਹ ਬਣਾ ਲਿਆਂਦੇ ਹੋਈ ਆਪਣੇ ਲਈ ਕੋਈ ਨਿਸ਼ਾਨੀ। ਤੂੰ ਆਖ ਮੈਂ ਤੁਰਨਾ ਨਿਰਾ ਉਸ ਹੁਕਮ ਉੱਤੇ ਜੋ ਉਤਰਦਾ ਮੇਰੇ ਵੱਲ ਮੇਰੇ ਰੱਬ ਵੱਲੋਂ। ਇਹ ਸੋਚ ਦੀਆਂ ਗੱਲਾਂ ਨੇ ਤੁਹਾਡੇ ਰੱਬ ਵੱਲੋਂ, ਤੇ ਰਾਹ ਦੀ ਖਬਰ ਤੇ ਮਿਹਰ ਵਾਸਤੇ ਲੋਕਾਂ ਮੰਨਣ ਵਾਲਿਆਂ ਦੇ। ਆਇਤ ਸਜਦਾ। ਤੇ ਜਦ ਪੜ੍ਹਿਆ ਜਾਏ ਕੁਰਾਨ ਤਦ ਸੁਣੋ ਉਸ ਨੂੰ ਤੇ ਚੁੱਪ ਕਰ ਰਹੋ, ਸ਼ਾਇਦ ਤੁਸਾਂ ਉੱਤੇ ਮਿਹਰ ਹੋਵੇ। ਤੇ ਯਾਦ ਕਰੋ ਆਪਣੇ ਰੱਬ ਨੂੰ ਆਪਣੇ ਦਿਲੀ ਦਿਲ ਵਿੱਚ, ਜ਼ਾਰੀ ਕਰਕੇ ਤੇ ਡਰ ਕੇ, ਤੇ ਨਾਲ ਨੀਵੀਂ ਆਵਾਜ਼ ਦੇ ਵਿੱਚ ਸਵੇਰ ਤੇ ਸ਼ਾਮ ਦੇ, ਤੇ ਨਾ ਹੋ ਗਾਫਲਾਂ ਥੀ। ਤੇ ਜਿਹੜੇ ਫਰਿਸ਼ਤੇ
ਕੋਲ ਨੇ ਤੇਰੇ ਰੱਬ ਦੇ, ਉਹ ਜ਼ਰੂਰ ਗਰੂਰ ਨਹੀਂ ਕਰਦੇ ਉਹਦੀ ਬੰਦਗੀ ਤੋਂ, ਤੇ ਪਾਕੀ ਬਿਆਨ ਕਰਦੇ ਨੇ ਉਹਦੀ, ਤੇ ਉਸੇ ਨੂੰ ਸਜਦਾ ਕਰਦੇ ਨੇ। ਐ ਹਬੀਬ, ਤੁਹਾਨੂੰ ਲੁੱਟਾਂ ਦੇ ਮਾਲ ਦਾ ਹੁਕਮ ਪੁੱਛਦੇ ਨੇ। ਤੁਸੀਂ ਆਖੋ ਲੁੱਟਾਂ ਦੇ ਮਾਲ ਅੱਲਾਹ ਤੇ ਰਸੂਲ ਦੇ ਨੇ, ਸੋ ਬਚੋ ਅੱਲਾਹ ਤੋਂ ਤੇ ਸਵਾਰੋ ਮੇਲ ਮੁਲਾਕਾਤ ਆਪਣੇ ਵਿੱਚ ਦਾ, ਤੇ ਆਖੇ ਲੱਗੋ ਅੱਲਾਹ ਤੇ ਉਹਦੇ ਰਸੂਲ ਦੇ, ਜੇ ਤੁਸੀਂ ਇਮਾਨਦਾਰ ਹੋ। ਸੱਚੇ ਇਮਾਨਦਾਰ ਨਿਰੇ ਉਹ ਨੇ ਜਿਹੜੇ ਜਦ ਨਾਮ ਆਵੇ ਅੱਲਾਹ ਦਾ ਲਰਜ਼ ਜਾਣ ਦਿਲ ਉਹਨਾਂ ਦੇ, ਤੇ ਜਦ ਪੜ੍ਹੀ ਉਹਨਾਂ ਅੱਗੇ ਆਇਤਾਂ ਉਹਦੀਆਂ ਵਧਾਉਣ ਉਹਨਾਂ ਦਾ ਈਮਾਨ, ਤੇ ਆਪਣੇ ਰੱਬ ਉੱਤੇ ਹੀ ਭਰੋਸਾ ਕਰਦੇ ਨੇ। ਜਿਹੜੇ ਦਰੁਸਤ ਪੜ੍ਹਦੇ ਨੇ ਨਮਾਜ਼, ਤੇ ਉਸ ਚੀਜ਼ ਵਿੱਚੋਂ ਜੋ ਦਿੱਤਾ ਹੈ ਅਸਾਂ ਉਹਨਾਂ ਨੂੰ ਖਰਚਦੇ ਨੇ, ਉਹੋ ਹੀ ਨੇ ਇਮਾਨਦਾਰ ਸੱਚੇ। ਉਹਨਾਂ ਲਈ ਦਰਜੇ ਨੇ ਉਹਨਾਂ ਦੇ ਰੱਬ ਕੋਲ, ਤੇ ਬਖਸ਼ਿਸ਼ ਤੇ ਰੋਜ਼ੀ ਇੱਜ਼ਤ ਦੀ। ਜਿਉਂ ਕੱਢ ਲਿਆ ਸੀ ਤੈਨੂੰ ਤੇਰੇ ਰੱਬ ਨੇ ਤੇਰੇ ਘਰੋਂ ਠੀਕ ਤਰ੍ਹਾਂ ਨਾਲ, ਤੇ ਇੱਕ ਗਰੋਹ ਇਮਾਨਦਾਰਾਂ ਵਿੱਚੋਂ ਜ਼ਰੂਰ ਹੀ ਨਾਰਾਜ਼ ਸਨ, ਝਗੜਦੇ ਸਨ ਤੇਰੇ ਨਾਲ ਸੱਚੀ ਗੱਲ ਵਿੱਚ ਪਿੱਛੇ ਇਸ ਦੇ ਜੋ ਜ਼ਾਹਿਰ ਹੋ ਚੁੱਕੀ ਸੀ। ਜਿਉਂ ਉਹ ਹੱਕੇ ਜਾਂਦੇ ਨੇ ਮੌਤ ਵੱਲ, ਤੇ ਉਹ ਅੱਖੀਂ ਵੇਖਦੇ ਨੇ, ਤੇ ਜਦ ਵਾਅਦਾ ਦਿੰਦਾ ਹੈ ਤੁਹਾਨੂੰ ਅੱਲਾ ਇੱਕ ਦਾ ਦੋਵਾਂ ਟੋਲਿਆਂ ਵਿੱਚੋਂ ਪਈ ਉਹ ਤੁਹਾਡੇ ਹੱਥ ਲੱਗੇਗਾ, ਤੇ ਤੁਸੀਂ ਚਾਹੁੰਦੇ ਹੋ ਜੋ ਸਵਾਰ ਟੋਲੇ ਜੰਗੀ ਦੇ ਯਾਨੀ ਕਮਜ਼ੋਰ ਟੋਲਾ ਮਿਲ ਜਾਏ ਤੁਹਾਨੂੰ, ਪਰ ਅੱਲਾ ਚਾਹੁੰਦਾ ਹੈ ਜੋ ਸੱਚਾ ਕਰੇ ਸੱਚ ਨੂੰ ਆਪਣੀਆਂ ਗੱਲਾਂ ਨਾਲ, ਤੇ ਵੱਢ ਦੇ ਜੜ ਬੇਈਮਾਨਾਂ ਦੀ। ਲੁੱਟ ਦੇ ਮਾਲ ਦਾ ਝਗੜਾ ਵੀ ਉਸੇ ਤਰ੍ਹਾਂ ਦਾ ਹੈ ਜਿਉਂ ਲੜਾਈ ਵਾਸਤੇ ਘਰੋਂ ਨਿਕਲਣ ਲੱਗਿਆਂ ਆਪਣੀ ਅਕਲ ਦੀਆਂ ਤਦਬੀਰਾਂ ਚਲਾਉਂਦੇ ਸਨ। ਆਖਰ ਭਲਾਈ ਉਸੇ ਵਿੱਚ ਨਿਕਲੀ ਜੋ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ, ਸੋ ਹਰ ਕੰਮ ਵਿੱਚ ਐਵੇਂ ਕਰਿਆ ਕਰੋ ਭਾਈ, ਫਰਮਾ ਬਰਦਾਰੀ ਵਿੱਚ ਆਪਣੀ ਅਕਲ ਦੀ ਲੱਤ ਨਾ ਪਾਓ। ਹਜ਼ਰਤ ਨੇ ਫਰਮਾਇਆ ਸੀ ਭਈ ਜਾਂ ਤੁਸੀਂ ਵਪਾਰੀਆਂ ਨੂੰ ਪਕੜ ਲਓਗੇ ਜਾਂ ਮੱਕੇ ਵਾਲਿਆਂ ਨੂੰ ਜੋ ਵਪਾਰੀਆਂ ਦੀ ਮਦਦ ਨੂੰ ਆਏ ਸਨ। ਲੋਕ ਚਾਹਣਗੇ ਜੇ ਵਪਾਰੀ ਸਾਡੇ ਹੱਥ ਲੱਗਣ ਤੇ ਬਿਹਤਰ ਇਹੋ ਹੀ ਹੋਇਆ ਜੇ ਕੁਫਰ ਦਾ ਜ਼ੋਰ ਟੁੱਟਾ, ਤਾਂ ਸੱਚਾ ਕਰੇ ਸੱਚ ਨੂੰ ਤੇ ਝੂਠਾ ਕਰੇ ਝੂਠ ਨੂੰ, ਭਾਵੇਂ ਜੇਕਰ ਬੁਰਾ ਜਾਣਨ ਗੁਨਾਹਗਾਰ। ਤੇ ਉਹ ਮੌਕਾ ਜਦ ਤੁਸੀਂ ਫਰਿਆਦ ਕਰਦੇ ਸੋ ਆਪਣੇ ਰੱਬ ਅੱਗੇ, ਫਿਰ ਕਬੂਲ ਕੀਤੀਓ ਸੂ ਫਰਿਆਦ ਤੁਹਾਡੀ, ਜੇ ਮੈਂ ਜ਼ਰੂਰ ਤੁਹਾਡੀ ਮਦਦ ਕਰਵਾਂਗਾ 1000 ਉੱਤੋਂ ਦਿੱਤੀ ਆਉਂਦਿਆਂ ਫਰਿਸ਼ਤਿਆਂ ਨਾਲ। ਤੇ ਨਹੀਂ ਕੀਤੀ ਇਹ ਗੱਲ ਅੱਲਾ ਨੇ, ਪਰ ਖੁਸ਼ਖਬਰੀ ਨਾਲੇ ਤਾਂ ਜੋ ਤਸੱਲੀ ਪਕੜਨ ਇਸ ਨਾਲ ਦਿਲ ਤੁਹਾਡੇ, ਤੇ ਨਹੀਂ ਮਦਦ ਪਰ ਅੱਲਾ ਕੋਲੋਂ। ਅੱਲਾ ਜ਼ਰੂਰ ਜ਼ੋਰਾਵਰ ਹੈ ਹਕਮਤ ਵਾਲਾ। ਤੇ ਜਦ ਕੱਜਦਾ ਸੀ ਤੁਹਾਨੂੰ ਊਂਘ ਨਾਲ ਵਾਸਤੇ ਅਮਨ ਦੇ ਆਪਣੇ ਵੱਲੋਂ, ਤੇ ਉਤਾਰਦਾ ਸੀ ਤੁਸਾਂ ਉੱਤੇ ਆਸਮਾਨੋਂ ਪਾਣੀ, ਤਾਂ ਪਾਕ ਕਰੇ ਤੁਹਾਨੂੰ ਉਸ ਨਾਲ, ਤੇ ਦੂਰ ਕਰੇ ਤੁਸਾਂ ਤੋਂ ਪਲੀਤੀ ਸ਼ੈਤਾਨ ਦੀ, ਨਾਲੇ ਤਾਂ ਜੋ ਗੰਢੇ ਤੁਹਾਡੇ ਦਿਲਾਂ ਉੱਤੇ ਹਿੰਮਤ ਤੇ ਮਜ਼ਬੂਤ ਕਰੇ ਉਸ ਨਾਲ ਪੈਰ ਤੁਹਾਡੇ। ਜਦ ਹੁਕਮ ਭੇਜਦਾ ਹੈ ਰੱਬ ਤੁਹਾਡਾ ਫਰਿਸ਼ਤਿਆਂ ਵੱਲ, ਭਾਈ ਮੈਂ ਜ਼ਰੂਰ ਨਾਲ ਹਾਂ ਤੁਹਾਡੇ, ਸੋ ਪੱਕਿਆਂ ਕਰੋ ਇਮਾਨਦਾਰਾਂ ਨੂੰ, ਮੈਂ ਪਾ ਦਿਆਂਗਾ ਬੇਈਮਾਨਾਂ ਦੇ ਦਿਲਾਂ ਵਿੱਚ ਦਹਿਸ਼ਤ। ਸੋ ਮਾਰੋ ਜ਼ਰਬ ਉਹਨਾਂ ਦੀਆਂ ਗਰਦਨਾਂ ਉੱਤੇ, ਤੇ ਮਾਰੋ ਚੋਟ ਉਹਨਾਂ ਦੇ ਜੋੜ ਜੋੜ ਉੱਤੇ। ਇਹੀ ਇਸ ਸਬਬੋਂ ਜੋ ਉਹਨਾਂ ਨੇ ਉਲਟ ਕੀਤਾ ਅੱਲਾ ਤੇ ਉਹਦੇ ਪੈਗੰਬਰ ਦਾ, ਤੇ ਜਿਹੜਾ ਉਲਟ ਕਰੇ ਅੱਲਾ ਤੇ ਉਹਦੇ ਪੈਗੰਬਰ ਦਾ, ਤਾਂ ਅੱਲਾ ਦੀ ਮਾਰ ਜ਼ਰੂਰ ਸਖਤ ਹੈ। ਇਹ ਜੇ ਮਾਰ ਹੁਣ ਇਹਦਾ ਸਵਾਦ ਲਓ, ਤੇ ਬੇਈਮਾਨਾਂ ਨੂੰ ਜ਼ਰੂਰ ਅੱਗ ਦੀ ਮਾਰ ਹੈ। ਐ ਇਮਾਨਦਾਰੋ, ਜਦ ਤੁਸੀਂ ਭੇੜੋ ਬੇਈਮਾਨਾਂ ਨਾਲ ਇਕੱਠੇ ਹੋ ਕੇ, ਤਦ ਨਾ ਮੋੜੋ ਉਹਨਾਂ ਵੱਲ ਮਗਰ, ਤੇ ਜਿਹੜਾ ਮੋੜੇਗਾ ਉਹਨਾਂ ਵੱਲ ਉਸ ਦਿਨ ਮਗਰ ਆਪਣਾ, ਪਰ ਚਾਲ ਕਰਨ ਵਾਸਤੇ ਲੜਾਈ ਦੀ ਜਾਂ ਆਪਣੀ ਫੌਜ ਨਾਲ ਮਿਲਣ ਲਈ, ਤਾਂ ਉਹ ਲੈ ਮੁੜਿਆ ਕਹਿਰ ਅੱਲਾ ਦਾ, ਤੇ ਠਿਕਾਣਾ ਉਹਦਾ ਦੋਜ਼ਖ ਹੈ, ਤੇ ਕਈ ਬੁਰੀ ਜਗ੍ਹਾ ਹੈ ਫਿਰ ਜਾਣੇ ਦੀ। ਸੋ ਤੁਸੀਂ ਨਹੀਂ ਕਤਲ ਕੀਤਾ ਉਹਨਾਂ ਨੂੰ, ਪਰ ਅੱਲਾ ਨੇ ਮਾਰਿਆ ਉਹਨਾਂ ਨੂੰ, ਤੇ ਤੂੰ ਨਹੀਂ ਘੱਟਾ ਸੁੱਟਿਆ ਜਦ ਸੁੱਟੇ ਹੋਈ, ਪਰ ਅੱਲਾ ਨੇ ਸੁੱਟਿਆ। ਨਾਲੇ ਤਾਂ ਜੋ ਇਨਾਮ ਦੇ ਇਮਾਨਦਾਰਾਂ ਨੂੰ ਆਪਣੇ ਵੱਲੋਂ ਇਨਾਮ ਸੋਹਣਾ, ਅੱਲਾ ਜ਼ਰੂਰ ਸੁਣਦਾ ਜਾਣਦਾ ਹੈ। ਸੱਚ ਇਹ ਜੇ, ਤੇ ਅੱਲਾ ਜ਼ਰੂਰ ਸੁਸਤ ਕਰਦਾ ਹੈ ਚਾਲ ਬੇਈਮਾਨਾਂ ਦੀ। ਇਹਨਾਂ ਕਾਫਰਾਂ ਨੂੰ ਕਹਿ ਦਿਓ
ਜੇ ਫੈਸਲਾ ਮੰਗਦੇ ਸੋ ਤਾਂ ਪਹੁੰਚ ਚੁੱਕਾ ਹੈ ਤੁਹਾਨੂੰ ਫੈਸਲਾ, ਤੇ ਜੇ ਬਾਜ਼ ਆ ਜਾਓ ਤਾਂ ਉਹ ਚੰਗਾ ਹੈ ਤੁਸਾਂ ਲਈ, ਤੇ ਜੇ ਮੁੜ ਕੇ ਕਰੋਗੇ ਤਾਂ ਅਸੀਂ ਵੀ ਮੁੜ ਕੇ ਕਰਾਂਗੇ। ਤੇ ਜਥਾ ਤੁਹਾਡਾ ਕੁਝ ਵੀ ਤੁਹਾਡੇ ਕੰਮ ਨਹੀਂ ਆਵੇਗਾ, ਭਾਵੇਂ ਕਿੰਨਾ ਹੀ ਬਹੁਤਾ ਹੋਵੇ। ਤੇ ਇਸ ਵਾਸਤੇ ਜੇ ਅੱਲਾ ਜ਼ਰੂਰ ਨਾਲ ਹੈ ਈਮਾਨਦਾਰਾਂ ਦੇ। ਐ ਈਮਾਨ ਵਾਲਿਓ, ਆਖੇ ਲੱਗੋ ਅੱਲਾ ਤੇ ਉਹਦੇ ਪੈਗੰਬਰ ਦੇ, ਤੇ ਫਿਰ ਨਾ ਜਾਓ ਉਸ ਤੋਂ ਤੁਸੀਂ ਹੁਕਮ ਸੁਣਨ ਦੇ ਬਾਅਦ, ਤੇ ਨਾ ਹੋਵੋ ਉਹਨਾਂ ਵਾਂਗੂ ਜਿਨ੍ਹਾਂ ਆਖਿਆ ਅਸਾਂ ਸੁਣਿਆ ਹੈ ਤੇ ਉਹ ਨਹੀਂ ਸੁਣਦੇ। ਜ਼ਰੂਰ ਵਧੇਰੇ ਬੁਰੇ ਸਭ ਜਾਨਦਾਰਾਂ ਨਾਲੋਂ ਨਜ਼ਦੀਕ ਅੱਲਾ ਦੇ ਉਹ ਬੋਲੇ ਗੂੰਗੇ ਨੇ ਜੋ ਅਕਲ ਨਹੀਂ ਕਰਦੇ। ਤੇ ਜੇ ਕਦੇ ਜਾਣਦਾ ਅੱਲਾ ਉਹਨਾਂ ਵਿੱਚ ਕੁਛ ਭਲਾਈ ਤਾਂ ਸੁਣਨ ਦੀ ਤੌਫੀਕ ਦਿੰਦਾ ਉਹਨਾਂ ਨੂੰ, ਤੇ ਜੇ ਭਲਾਈ ਦੇ ਬਗੈਰ ਸੁਣਾ ਦਿੰਦਾ ਉਹਨਾਂ ਨੂੰ ਤਾਂ ਫਿਰ ਜਾਂਦੇ, ਤੇ ਉਹ ਫਿਰਤੂ ਨੇ। ਐ ਈਮਾਨਦਾਰੋ, ਹੁਕਮ ਮੰਨੋ ਅੱਲਾ ਦਾ ਤੇ ਪੈਗੰਬਰ ਦਾ ਜਦ ਸੱਦੇ ਤੁਹਾਨੂੰ ਉਸ ਕੰਮ ਵੱਲ ਜੋ ਜਵਾਏ ਤੁਹਾਨੂੰ, ਤੇ ਇਹ ਜਾਣ ਰੱਖੋ ਭਾਈ ਅੱਲਾ ਜ਼ਰੂਰ ਪਰਦਾ ਹੁੰਦਾ ਜਾਂਦਾ ਹੈ ਵਿਚਕਾਰ ਆਦਮੀ ਤੇ ਉਹਦੇ ਦਿਲ ਦੇ, ਤੇ ਇਹ ਜੋ ਜ਼ਰੂਰ ਉਸੇ ਵੱਲ ਇਕੱਠਿਆਂ ਹੋਣਾ ਜੇ। ਤੇ ਬਚੋ ਉਸ ਅਜ਼ਾਬੋਂ ਜੋ ਨਾ ਪਹੁੰਚੇਗਾ ਨਿਰਾ ਜ਼ਾਲਮਾਂ ਨੂੰ ਤੁਸਾਂ ਵਿੱਚੋਂ ਚੁਣ ਕੇ, ਤੇ ਜਾਣ ਰੱਖੋ ਜੋ ਅੱਲਾ ਦੀ ਮਾਰ ਜ਼ਰੂਰ ਸਖਤ ਹੈ। ਤੇ ਯਾਦ ਕਰੋ ਜਦ ਤੁਸੀਂ ਥੋੜ੍ਹੇ ਸਾਓ ਕਮਜ਼ੋਰ ਜਾਪਦੇ ਸਾਓ ਮੁਲਕ ਵਿੱਚ, ਡਰਦੇ ਸਾਓ ਜੋ ਚੁਟਾ ਮਾਰ ਲੈਣਗੇ ਤੁਹਾਨੂੰ ਲੋਕ, ਫਿਰ ਥਾਂ ਦਿੱਤੋ ਸੂ ਤੁਹਾਨੂੰ ਤੇ ਜ਼ੋਰ ਦਿੱਤੋ ਸੂ ਤੁਹਾਨੂੰ ਆਪਣੀ ਮਦਦ ਨਾਲ, ਤੇ ਰੋਜ਼ੀ ਦਿੱਤੀ ਸੂ ਤੁਹਾਨੂੰ ਪਾਕ ਚੀਜ਼ਾਂ ਥੀ ਤਾਂ ਤੁਸੀਂ ਇਹਸਾਨ ਮੰਨੋ। ਐ ਈਮਾਨਦਾਰੋ, ਨਾ ਖਿਆਨਤ ਕਰੋ ਅੱਲਾ ਤੇ ਪੈਗੰਬਰ ਦੀ, ਤੇ ਖਿਆਨਤ ਨਾ ਕਰੋ ਆਪਣੀਆਂ ਅਮਾਨਤਾਂ ਦੀ ਜਾਣਦੇ ਬੁੱਝਦੇ, ਤੇ ਇਹ ਜਾਣ ਰੱਖੋ ਜੋ ਤੁਹਾਡੇ ਮਾਲ ਤੇ ਤੁਹਾਡੀ ਔਲਾਦ ਜ਼ਰੂਰ ਖਰਾਬ ਕਰਦੇ ਨੇ, ਤੇ ਇਹ ਜੋ ਅੱਲਾ ਕੋਲ ਜ਼ਰੂਰ ਸਵਾਬ ਹੈ ਬੜਾ। ਐ ਈਮਾਨਦਾਰੋ, ਜੇ ਬਚੋਗੇ ਅੱਲਾ ਤੋਂ ਕਰ ਦੇਗਾ ਤੁਹਾਨੂੰ ਫੈਸਲਾ, ਤੇ ਉਤਾਰੇਗਾ ਤੁਸਾਂ ਤੋਂ ਗੁਨਾਹ ਤੁਹਾਡੇ, ਤੇ ਬਖਸ਼ੇਗਾ ਤੁਹਾਨੂੰ, ਤੇ ਅੱਲਾ ਬੜੇ ਫਜ਼ਲ ਵਾਲਾ ਹੈ। ਤਸੱਲੀ ਕਰ ਦਿੱਤੀ ਭਈ ਫੈਸਲਾ ਹੋ ਜਾਏਗਾ ਤੁਹਾਡੇ ਘਰ ਬਾਹਰ ਕਾਫਰਾਂ ਦੇ ਹੱਥ ਵਿੱਚ ਨਾ ਫਸੇ ਰਹਿਣਗੇ। ਤੇ ਜਦ ਦਾਅ ਲਾਉਂਦੇ ਸਨ ਤੈਨੂੰ ਬੇਈਮਾਨ, ਤਾਂ ਕੈਦ ਕਰ ਦੇਣ ਤੈਨੂੰ, ਜਾਂ ਖੂਨ ਕਰਨ ਤੇਰਾ, ਜਾਂ ਕੱਢ ਦੇਣ ਤੈਨੂੰ ਵਤਨੋਂ, ਤੇ ਦਾਅ ਲਾਉਂਦੇ ਸਨ ਉਹ, ਤੇ ਦਾਅ ਲਾਉਂਦਾ ਸੀ ਅੱਲਾ, ਤੇ ਅੱਲਾ ਚੰਗਾ ਹੈ ਸਭ ਦਾਅ ਲਾਉਣ ਵਾਲਿਆਂ ਤੋਂ। ਤੇ ਜਦ ਆਖਿਓ ਨੇ ਐ ਅੱਲਾ, ਜੇ ਇਹੋ ਕੁਰਾਨ ਸੱਚ ਹੈ ਤੇਰੇ ਕੋਲੋਂ, ਤਾਂ ਵਰਾ ਸਾਡੇ ਉੱਤੇ ਪੱਥਰ ਅਸਮਾਨੋਂ, ਜਾਂ ਲਿਆ ਸਾਡੇ ਉੱਤੇ ਦੁੱਖ ਦੀ ਮਾਰ। ਤੇ ਨਹੀਂ ਹੈ ਅੱਲਾ ਜੋ ਅਜ਼ਾਬ ਕਰੇ ਉਹਨਾਂ ਨੂੰ, ਨਾਲੇ ਤੂੰ ਮੌਜੂਦ ਹੈ ਇਹਨਾਂ ਵਿੱਚ, ਤੇ ਨਹੀਂ ਹੈ ਅੱਲਾ ਅਜ਼ਾਬ ਕਰਦਾ ਉਹਨਾਂ ਨੂੰ ਜਦੋਂ ਉਹ ਬਖਸ਼ਿਸ਼ ਮੰਗਦੇ ਹੋਣ। ਯਾਨੀ ਮੱਕੇ ਵਿੱਚ ਹਜ਼ਰਤ ਦੇ ਕਦਮ ਮੁਬਾਰਕ ਸਬਬੋਂ ਅਜ਼ਾਬ ਰੁਕਿਆ ਹੋਇਆ ਸੀ। ਜਦ ਹਜ਼ਰਤ ਉੱਥੋਂ ਨਿਕਲ ਆਏ ਤਦ ਉਹਨਾਂ ਉੱਤੇ ਅਜ਼ਾਬ ਆਇਆ ਭੁੱਖ ਦਾ। ਇਸੇ ਤਰ੍ਹਾਂ ਜਦ ਤੀਕ ਗੁਨਾਹਗਾਰ ਸ਼ਰਮਿੰਦਾ ਰਹੇ ਤੇ ਤੋਬਾ ਕਰਦੇ ਰਹੇ, ਤਦ ਤੀਕ ਪਕੜਿਆ ਨਹੀਂ ਜਾਂਦਾ ਭਾਵੇਂ ਕਿੱਡਾ ਬੜਾ ਗੁਨਾਹ ਹੋਵੇ। ਹਜ਼ਰਤ ਨੇ ਫਰਮਾਇਆ, ਗੁਨਾਹਗਾਰਾਂ ਲਈ ਦੋ ਚੀਜ਼ਾਂ ਪਨਾਹ ਨੇ, ਇੱਕ ਮੇਰਾ ਉੱਥੇ ਹੋਣਾ, ਦੂਸਰਾ ਤੋਬਾ ਤੇ ਉਹ ਬਖਸ਼ਿਸ਼ ਮੰਗਦੇ। ਤੇ ਕੀ ਹੈ ਉਹਨਾਂ ਨੂੰ ਜੋ ਨਾ ਅਜ਼ਾਬ ਕਰੇ ਉਹਨਾਂ ਨੂੰ ਅੱਲਾ, ਤੇ ਉਹ ਰੋਕਦੇ ਨੇ ਅਦਬ ਦੀ ਮਸੀਤੋਂ, ਤੇ ਨਹੀਂ ਹਨ ਉਹਦੇ ਲਾਇਕ, ਨਹੀਂ ਉਹਦੇ ਲਾਇਕ ਪਰ ਪਰਹੇਜ਼ਗਾਰ, ਪਰ ਬਹੁਤੇ ਉਹਨਾਂ ਦੇ ਨਹੀਂ ਜਾਣਦੇ। ਤੇ ਨਹੀਂ ਹੈ ਨਮਾਜ਼ ਉਹਨਾਂ ਦੀ ਕੋਲ ਖਾਨੇ ਕਾਬੇ ਦੇ, ਪਰ ਸੀਟੀ ਵਜਾਣੀ ਤੇ ਤਾੜੀ ਮਾਰਨੀ। ਸੋ ਸਵਾਦ ਲਓ ਅਜ਼ਾਬ ਦਾ, ਬਦਲੇ ਆਪਣੀ ਬੇਈਮਾਨੀ ਕਰਦਿਆਂ ਰਹਿਣ ਦੇ। ਜਿਹੜੇ ਬੇਈਮਾਨ ਹੋਏ ਨੇ ਖਰਚਦੇ ਨੇ ਮਾਲ ਆਪਣੇ, ਤਾਂ ਰੋਕਣ ਅੱਲਾ ਦੇ ਰਾਹੋਂ, ਸੋ ਅਜੇ ਹੋਰ ਮਾਲ ਖਰਚ ਕਰਨਗੇ, ਫਿਰ ਹੋ ਜਾਏਗਾ ਖਰਚ ਉਹਨਾਂ ਦਾ ਪਛਤਾਵਾ, ਫਿਰ ਹਾਰ ਜਾਣਗੇ। ਤੇ ਜਿਹੜੇ ਬੇਈਮਾਨ ਹੋਏ ਨੇ ਦੋਜ਼ਖ ਵੱਲ ਹੱਕੇ ਜਾਣਗੇ। ਤਾਂ ਨਖੇੜੇ ਅੱਲਾ ਪਲੀਤ ਨੂੰ ਪਾਕ ਤੋਂ, ਤੇ ਕਰੇ ਇਕੱਠਾ ਪਲੀਤ ਨੂੰ ਇੱਕ ਦੂਜੇ ਪਲੀਤ ਨਾਲ, ਫਿਰ ਢੇਰ ਲਾ ਦੇ ਉਸ ਸਭ ਦਾ, ਤੇ ਝੌਂਕ ਦੇ ਉਸ ਨੂੰ ਦੋਜ਼ਖ ਵਿੱਚ। ਉਹੋ ਹੀ ਲੋਕ ਨੇ ਘਾਟੇ ਵਾਲੇ। ਤੂੰ ਆਖ ਦੇ ਬੇਈਮਾਨਾਂ ਨੂੰ ਬਾਅਦ ਆ ਜਾਣ ਤਾਂ ਬਖਸ਼ਿਆ ਜਾਏਗਾ ਉਹਨਾਂ ਨੂੰ ਜੋ ਗੁਜ਼ਰ ਚੁੱਕਾ, ਤੇ ਜੇ ਮੁੜ ਕੇ ਕਰਨਗੇ ਇਹਨਾਂ ਨੂੰ ਮਾਲੂਮ ਹੈ ਜੋ ਅੱਗੇ ਗੁਜ਼ਰ ਚੁੱਕਾ ਹੈ ਚਾਲਾ ਪਹਿਲਿਆਂ ਦਾ। ਤੇ ਲੜੋ ਉਹਨਾਂ ਨਾਲ ਜਦ ਤੀਕ ਨਾ ਰਹੇ ਫਸਾਦ, ਤੇ ਹੋ ਜਾਏ ਦੀਨ ਸਭ ਅੱਲਾ ਦਾ। ਫਿਰ ਜੇ ਬਾਅਦ ਆ ਜਾਣ ਤਾਂ ਅੱਲਾ ਜ਼ਰੂਰ ਵੇਖਦਾ ਹੈ ਜੋ ਕਰਦੇ ਨੇ, ਤੇ ਜੇ ਮੂੰਹ ਫੇਰਿਓ ਨੇ ਤਾਂ ਜਾਣ ਰੱਖੋ ਜੋ ਜ਼ਰੂਰ ਅੱਲਾ ਹਮਾਇਤੀ ਹੈ ਤੁਹਾਡਾ, ਵਾਹ ਵਾਹ ਹਮਾਇਤੀ ਹੈ ਤੇ ਵਾਹ ਵਾਹ ਮਦਦਗਾਰ।
सदक़ल्लाहुल अज़ीम व सदक़ रसूलुहुन नबियुल करीम।